कीनी भगत प्रेम लिव लाई। ताते अंग संग अंगद भयो सायर। जिन शब्द सुरत की नीव रखाई। गुरु अमरदास की अकथ कथा है। एक जीह कछ कही न जाई। सोडी श्रेष्ठ सगल तारण को। हव गुरु रामदास को मिली वडाई। श्री अर्जन श्रोता अर्ज सिरजन और जताए। लरजत जम जिन नाम ते तिन जुग बंदों पाए। यह बोला हर गोबिंद का सुनो खालसा बीर। फतेह पावो मैदान में है पकड़ हाथ शमशीर। अस कृपान खंडो खड़ग तुपक तबर अरतीर। सैफ सरोही सहथी यह हमारे पीर। काल तुही काली तुही तुही तवर तरवार। नाम तिहारो जो जपै भय सिंध भव पार। खड़ग केत मैं सरन तिहारी आप हाथ दै लहो उबारी। सर्ब ठौर मोह हो सहाई दुष्ट दोख ते लहो बचाई। हम एह काज जगत मों आए धर्म हेत गुरदेव पठाए। जाए तहाँ तैं धर्म चलाए कबुद्ध करन ते लोक हटाए। याही काज धरा हम जन्मं समझ लहो साधु सब मन मंग। धर्म चलावन संत उवारण दुष्ट सवन को मूल उपारण। तिन बेदियन की कुल बिखे प्रगटे नानक राए। सब सिखन को सुख दए जह तह भय सहाय। तिलक जंजू राखा प्रभ ताका कीनो बड्डो कलू मह साका। साधन हेत इति जन करी शीस दिया पर सीना उच्चरी। गुरु नानक अंगद गुरु अमरदास पद बंद। रामदास अर्जन गुरु बर श्री हर गोबिंद। हर राय हर कृष्ण गुर तेग बहादुर चंद। दसवें गोविंद सिंह गुरु गुरु ग्रंथ पंथ को बंद। मूक उचरै शास्त्र खट पिंग गिरन चढ़ जाए। अंध लख बदरो सुनै जो काल कृपा कराए। कहाँ बुद्ध प्रभ तुच्छ हमारी बरन सकै महिमा जो तिहारी। हम ना सकत कर सिफत तुम्हारी आप लहो तुम कथा सुधारी। पढ़े जाहे विद्यार्थी विद्या ही और मैं गूंगा कहता हूँ तेरा सदका तेरी शरण। सुनो परथ भावी प्रबल बिलख कहो मुनिनाथ। खल पंडित अर भूपति सब भावी के हाथ। हम अब गुण भरे एक गुण नाही अमृत छाड़ बिखै बिख खाही। माया मोह भरम भै भूले सुत दारा स्यों प्रीत लगाई। एक उत्तम पंथ सुनियो गुर संगत तेह मिलंत जम त्रास मिटाई। एक अरदास पाठ कीरत की गुरु रामदास राखो सरनाई। सो कह टल गुर सेविय अहनस सहज सुबाय। दर्शन परस्या गुरु कै जन्म मरण दुख जाय। होवै सिफत खसम दी नूरे अरसों कुरसों चटिया। तुद डिठै सच्चे पातशाह मल जन्म जन्म दी कटिया। सज्जन सच्चा पातशाह सिर साहां दै साहो
ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ। ਰਾਵਨ ਹੋਤੇ ਸੋ ਰੰਕ ਨਹਿ ਜੈਨ ਸਿਰ ਦੀਨੇ ਕਾਟ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧੋ ਪਾਏ ਇੱਕ ਵੇਖ ਪਰਸਣ ਆਇਆ। ਲਬ ਲੋਭ ਅਹੰਕਾਰ ਚੋਕਾ ਸਤਿਗੁਰ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਜੇ ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਤਿ ਦਿਵਸ ਤਹਿ ਡੇਰਾ ਰੱਖਿਆ। ਆਵਰਨ ਗਮਨ ਬੌਰ ਅਵ ਲਖਿਓ। ਇਤਿ ਦਿਵਸ ਤਹਿ ਡੇਰਾ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਪਤਿਤ ਪਾਵਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਪੰਥ ਸਾਹਿਬ ਮਹਾਰਾਜ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਤਪ ਸਥਾਨ ਤੇ ਆਪ ਨਿਤ ਮਹਾਂਪੁਰਖਾਂ ਦੀ ਯਾਦ 'ਚ ਸਤਿਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਲੋਕਾਂ ਦੇ ਸੰਤਰਾਂ ਨੂੰ ਉਤਾਰਦੇ ਹੋਏ ਲੰਕਾ ਦੇ ਵਿੱਚ ਗਏ ਹੈ। ਲੰਕਾ ਦੇ ਵਿੱਚ ਭੀਖਣ ਨੂੰ ਮਿਲਣਾ ਕੀਤਾ ਹੈ। ਹਨੂਮਾਨ ਨਾਲ ਗੋਸ਼ਟੀ ਕੀਤੀ ਹੈ, ਕਿਉਂਕਿ ਦਿਵ ਰੂਹਾਂ ਦੇ ਵਿੱਚ ਕਿਉਂ ਸਰੀਰ ਕਰਕੇ ਤਾਂ ਉਹ ਕਦੋਂ ਦੇ ਵਿਸਰਜਨ ਹੋ ਚੁੱਕੇ ਸੀ, ਪਰ ਦਿਵ ਰੂਹਾਂ ਦੇ ਵਿੱਚ ਉਹ ਜਿਹੜਾ ਉੱਥੇ ਨਿਵਾਸ ਰੱਖਦੇ ਸੀ। ਮਰਦਾਨੇ ਦੇ ਪੁੱਛਣ ਤੇ ਕਹਿਣ ਤੇ ਦਿਵ ਰੂਹਾਂ ਨੂੰ ਹਾਜ਼ਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ, ਕਿਉਂਕਿ ਉਹਨਾਂ ਤੋਂ ਜਿਹੜਾ ਪ੍ਰੋਖ ਗਿਆਨ ਜਾਂ ਪ੍ਰੋਖ ਬਸਤੀਆਂ ਉਹ ਲੁਕੀਆਂ ਹੋਈਆਂ ਨਹੀਂ ਹੁੰਦੀਆਂ, ਉਹ ਕੁਝ ਵੀ ਕਰ ਸਕਦੇ ਆ। ਸੋ ਇਸ ਤਰ੍ਹਾਂ ਨਾਲ ਜਿਹੜਾ ਅਸੀਂ ਸੋਚਿਆ ਨਹੀਂ ਸਮਝਿਆ ਨਹੀਂ, ਜਿੱਥੇ ਤੱਕ ਸਾਡੀ ਕੋਈ ਦ੍ਰਿਸ਼ਟੀ ਨਹੀਂ, ਸਾਡੀ ਵਿਜ਼ੀਬਿਲਟੀ ਨਹੀਂ ਹੈ ਜਿੱਥੇ ਤੱਕ, ਤਾਂ ਉਦੋਂ ਵੀ ਗਾਹਾਂ ਇਸੇ ਕਰਕੇ ਉਹ ਗੁਰੂ ਨੇ। ਨਹੀਂ ਤਾਂ ਹਰ ਕੋਈ ਗੁਰੂ ਬਣ ਜਾਵੇ, ਇੱਥੇ ਕੋਈ ਕਸਰ ਥੋੜ੍ਹੀ ਹੈ। ਹਰ ਕੋਈ ਜੋ ਜੋ ਹੋਤ ਭਇਓ ਜਗ ਸਿਆਣਾ ਤਿੰਨ ਤਿੰਨ ਆਪਣੋ ਪੰਥ ਚਲਾਨਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਿਰ ਕਹਿੰਦੇ ਉਹ ਤਾਂ ਮਾੜੇ ਮੋਟੇ ਸਿਆਣੇ ਹੋਇਆਂ ਨੇ ਚਲਾਤਾ ਰੱਬ ਦੇ ਸ਼ਰੀਕ ਬਣ ਕੇ। ਪਰ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਹਿੰਦੇ ਮਾੜੀ ਮੋਟੀ ਸਿਆਣਪ ਨਾਲ ਚੱਲਣ ਚਲਾਉਣ ਵਾਲਾ ਚਲਾਇਆ ਹੋਇਆ ਨਹੀਂ ਹੈ। ਇਹ ਤੇਰੀ ਮੌਜ, ਤੇਰੀ ਖੁਸ਼ੀ, ਤੇਰੀ ਲਹਿਰ ਤੇਰੇ ਸਤਿਗੁਣਾਂ ਦੇ ਵਿੱਚੋਂ ਪ੍ਰਗਟ ਕੀਤਾ, ਜਿਹੜੇ ਪੰਜ ਪਿਆਰੇ ਸਾਜੇ ਆ। ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਫਿਰ ਇਹ ਬੇਨਤੀ ਕੀਤੀ ਵੀ ਇਹ ਚੱਲਣਾ ਤਾਂ ਹੀ ਹੈ, ਨਿਰੰਤਰ ਧੁਰ ਤੱਕ ਸੁਧਾਰ ਤਾਈ ਹੋਣਾ ਜੇ ਤੂੰ ਆਪ ਸਹਾਇਤਾ ਕਰੇਂਗਾ। ਹੰਗਤਾ ਭਾਵ ਨੂੰ ਤਿਆਗ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਨਤੀ ਕੀਤੀ। ਤੋ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਲੰਕਾ ਦੇ ਵਿੱਚ ਅਦ੍ਰਿਸ਼ ਲੋਕਾਂ ਦੇ ਮਿਲਾਪ ਨਾਲ ਇਹਨਾਂ ਨੂੰ ਇਹੀ ਸਮਝਾਉਣਾ ਕੀਤਾ ਕਿ ਪਰਮੇਸ਼ਰ ਦੀ ਬੰਦਗੀ ਸਭ ਤੋਂ ਸ੍ਰੇਸ਼ਟ ਉੱਤਮ ਹੈ, ਪਰਮੇਸ਼ਰ ਦੀ ਬੰਦਗੀ। ਸੋ ਵਿਭੀਸ਼ਣ ਨੇ ਕਿਹਾ ਕਿ ਮੈਨੂੰ ਮਹਾਰਾਜ ਜੀ ਅਯੁੱਧਿਆ ਦੇ ਵਿੱਚ ਰਾਮਚੰਦਰ ਜੀ ਨੇ ਐਸਾ ਉਪਦੇਸ਼ ਦਿੱਤਾ ਵੀ ਸੰਤ ਤੇ ਮੇਰੇ 'ਚ ਕੋਈ ਭੇਦ ਨਹੀਂ। ਉਹ ਕਹਿੰਦੇ ਸਾਰੇ ਸੰਤਾਂ ਦੇ ਵਿੱਚ ਸਾਰੇ ਸੰਤ ਇੱਕੋ ਜਿਹੇ ਰਾਮ ਵਰਗੇ ਨਹੀਂ ਨਾ ਹੋ ਸਕਦੇ। ਸੰਤਾਂ ਦੇ ਵਿੱਚ ਬੜਾ ਭੇਖ ਹੈ, ਬੜਾ ਵਿਰੋਧ ਹੈ। ਅਤੇ ਇਸ ਤਰ੍ਹਾਂ ਨਾਲ ਬੜੀਆਂ ਰਿੱਧੀਆਂ ਸਿੱਧੀਆਂ ਦੀ ਲਾਲਸਾ ਹੈ, ਛੋਟੇ ਛੋਟੇ ਪਦਾਰਥਾਂ ਦੀ ਲਾਲਸਾ ਹੈ। ਉਹ ਨਹੀਂ ਰਾਮ ਰੂਪ ਹੋ ਸਕਦੇ। ਉਹਨਾਂ ਦੇ ਵਿੱਚ ਰਾਮ ਅਜੇ ਊਣਾ ਹੈ। ਪਰ ਜਿਨ੍ਹਾਂ ਦੇ ਵਿੱਚ ਰਾਮ ਪੂਰਾ ਹੋ ਗਿਆ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ। ਉਹ ਹੋ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ।
ਕਹਿੰਦੇ ਤੁਹਾਡੇ ਵਿੱਚ ਤੇ ਰਾਮ ਦੇ ਵਿੱਚ ਕੋਈ ਅੰਤਰ ਨਹੀਂ। ਇਸ ਤਰ੍ਹਾਂ ਵਿਭੀਖਣ ਨੇ ਆਪਦਾ ਇਸ਼ਟ ਰੂਪ ਕਰਕੇ ਵੀ ਮੰਨ ਲਿਆ। ਹੁਣ ਆ ਗਈ ਗੱਲ ਸਮੁੰਦਰ ਤੇ ਚੱਲਣ ਦੀ। ਬਾਈਬਲ ਨੂੰ ਪੜ੍ਹ ਕੇ ਦੇਖੋ, ਕਹਿੰਦੇ ਈਸਾ ਮਸੀਹ ਪਾਣੀ ਤੇ ਤੁਰ ਕੇ ਚਲਿਆ ਗਿਆ। ਆ ਬੁੱਧ ਦੀ ਜੀਵਨੀ ਪੜ੍ਹ ਕੇ ਦੇਖੋ, ਕਹਿੰਦੇ ਪਾਣੀ ਤੇ ਤੁਰ ਕੇ ਚਲੇ ਗਏ। ਮੁਹੰਮਦ ਦੀ ਜੀਵਨੀ ਪੜ੍ਹ ਕੇ ਦੇਖੋ, ਕਹਿੰਦੇ ਪਾਣੀ ਨੇ ਰਾਹ ਦੇ ਦਿੱਤਾ। ਲਾਲ ਸਮੁੰਦਰ ਨੇ ਕਹਿੰਦੇ ਆਪਣੇ ਜਿਹੜਾ ਪੈਗੰਬਰ ਸੀਗਾ ਉਸ ਨੂੰ ਰਾਹ ਦੇ ਦਿੱਤਾ, ਉਸ ਨੂੰ ਪਾਣੀ ਨੇ ਡੁਬੋਇਆ ਨਹੀਂ। ਇਸ ਤਰ੍ਹਾਂ ਮੂਸੇ ਨੂੰ ਨਹੀਂ ਡੁਬੋਇਆ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਪਾਣੀ ਤੇ ਚੱਲਣਾ ਕੋਈ ਅਧਿਆਤਮਕਤਾ ਦਾ ਪ੍ਰਮਾਣਿਕ ਸਰਟੀਫਿਕੇਟ ਨਹੀਂ ਹੈ ਵੀ ਪਾਣੀ ਤੇ ਚੱਲ ਕੇ ਦਿਖਾਤਾ ਤਾਂ ਰੱਬ ਨੂੰ ਮਿਲ ਗਿਆ। ਇਹਦਾ ਇਹ ਮਤਲਬ ਨਹੀਂ ਹੈ। ਇਹ ਤਾਂ ਛੋਟੇ ਛੋਟੇ ਅਭਿਆਸ ਵਾਲੇ ਲੋਕ ਕਰ ਲੈਂਦੇ ਆ, ਜਾਦੂਗਰ ਕਰ ਲੈਂਦੇ ਆ। ਪਾਣੀ ਤੇ ਚੱਲਣਾ ਕੋਈ ਔਖੀ ਗੱਲ ਨਹੀਂ ਹੈ। ਮਹਾਤਮਾ ਬੁੱਧ ਦੇ ਕੋਲ ਇੱਕ ਵਾਰ ਇੱਕ ਵਿਅਕਤੀ ਆ ਕੇ ਕਹਿੰਦਾ ਤੂੰ ਲੋਕਾਂ ਤੋਂ ਮੱਥਾ ਟਿਕਾਉਣਾ, ਤੂੰ ਲੋਕਾਂ ਨੂੰ ਉਪਦੇਸ਼ ਦਿੰਨਾ, ਜੇ ਤੇਰੇ ਵਿੱਚ ਕੋਈ ਤਾਕਤ ਹੈ ਤਾਂ ਆ ਮੇਰੇ ਨਾਲ ਪਾਣੀ ਤੇ ਤੁਰ ਕੇ ਨਦੀ ਪਾਰ ਕਰਕੇ ਦਿਖਾ। ਮਹਾਤਮਾ ਬੁੱਧ ਨੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਮਹਾਤਮਾ ਬੁੱਧ ਕਹਿਣ ਲੱਗੇ ਕਿ ਭਾਈ ਤੂੰ ਕਿੰਨੇ ਸਾਲਾਂ ਦੀ ਮਿਹਨਤ ਦੇ ਨਾਲ ਇਹ ਪਾਣੀ ਤੇ ਚੱਲਣਾ ਸਿੱਖਿਆ? ਕਹਿੰਦਾ ਮੈਨੂੰ 18 ਸਾਲ ਲੱਗ ਗਏ। 18 ਸਾਲ ਕਹਿੰਦਾ ਮੈਨੂੰ ਆਪਦੇ ਉਸਤਾਦ ਦੀ ਸੇਵਾ ਕਰਨੀ ਪਈ ਤੇ ਫਿਰ ਉਹਨੇ ਮੈਨੂੰ ਪਾਣੀ ਤੇ ਚੱਲਣਾ ਸਿਖਾਤਾ। ਮਹਾਤਮਾ ਬੁੱਧ ਕਹਿਣ ਲੱਗੇ ਤੇਰਾ ਉਸਤਾਦ ਤੇ ਤੂੰ ਦੋਵੇਂ ਮੂਰਖ ਹੋ। ਮੈਂ ਤਾਂ 1.5 ਪੈਸਾ ਦੇ ਕੇ ਨਦੀ ਨੂੰ ਪਾਰ ਕਰ ਲੈਣਾ ਬੇੜੀ 'ਚ ਬਹਿ ਕੇ, 1.5 ਪੈਸਾ ਮਲਾਹ ਨੂੰ ਦੇ ਕੇ ਬੇੜੀ ਨੂੰ ਪਾਰ ਕਰ ਲੈਣਾ ਨਦੀ 'ਚ ਬਹਿ ਕੇ, ਤੇ ਤੂੰ 18 ਸਾਲ ਨਦੀ ਨੂੰ ਪਾਰ ਕਰਨ ਵਾਲੀ ਵਿੱਦਿਆ ਸਿੱਖਣ ਤੇ ਲਾ ਦਿੱਤੇ। ਇਹ ਤਾਂ ਕੋਈ ਬਾਹਲੀ ਵੱਡੀ ਗੱਲ ਨਾ ਹੋਈ। ਇਹ ਕੋਈ ਅਧਿਆਤਮਕਤਾ ਦਾ ਪ੍ਰਮਾਣਿਕ ਸਰਟੀਫਿਕੇਟ ਨਹੀਂ ਹੈ ਕਿ ਨਦੀ ਤੇ ਚੱਲ ਕੇ ਦਿਖਾ ਦਿੱਤਾ। ਤੇ ਇਹਦੇ ਨਾਲ ਕੀ ਹੋ ਜਾਊਗਾ? ਅੱਗ ਦੇ ਵਿੱਚ ਅੱਜ ਵੀ ਲੋਕ ਬਹਿ ਜਾਂਦੇ ਆ, ਅੱਗ ਬਾਲ ਕੇ ਤੱਤਾ ਤੇਲ ਦਾ ਕੜਾਹਾ ਕਰਕੇ। ਤੇ ਆ ਜਿਹੜੇ ਆਪਣੇ ਤਰਕਸ਼ੀਲ ਸੁਸਾਇਟੀ ਵਾਲੇ ਉਹਨਾਂ ਨੇ ਚੈਲੰਜ ਕੀਤਾ ਹੋਇਆ, ਇਨਾਮ ਰੱਖਿਆ ਹੋਇਆ 5 ਲੱਖ ਦਾ, ਬਈ ਕੋਈ ਸਾਡੇ ਸਾਹਮਣੇ ਆ ਕੇ ਪਾਣੀ ਤੇ ਤੁਰ ਕੇ ਤੇ ਕੋਈ ਅੱਗ ਦੇ ਵਿੱਚ ਬੈਠ ਕੇ ਦਿਖਾ ਦੇਵੇ ਤੇ ਅਸੀਂ ਮੰਨ ਜਾਵਾਂਗੇ। ਪਰ ਉਹ ਉਹੋ ਜਿਹਾ ਸਾਧਨ ਕਰ ਲੈਂਦੇ ਆ। ਉਹਨਾਂ ਨੇ ਉਨੀ ਕੁ ਥਾਂ ਕੀਲ ਕੇ ਉਨੇ ਕੁ ਥਾਂ ਤੇ ਉਹ ਜੰਤਰ ਮੰਤਰ ਤੰਤਰ ਕਰਕੇ ਆਪਦਾ ਜਿਹੜਾ ਦਿਖਾਵਾ ਹੈ, ਪਰ ਉਹ ਦਿਖਾਵਾ ਕਰਨਾ ਕੋਈ ਰੱਬ ਨੂੰ ਪਾਉਣ ਦਾ ਪ੍ਰਮਾਣ ਨਹੀਂ ਹੈ। ਇਹੋ ਜਿਹੇ ਦਿਖਾਵੇ ਕਰਨੇ, ਅੱਗ 'ਚ ਨਹੀਂ ਮੈਂ ਮੱਚਦਾ, ਮੈਂ ਜਿਹੜਾ ਫਿਰ ਕੀ ਹੋ ਗਿਆ, ਫਿਰ ਤੂੰ ਰੱਬ ਬਣ ਗਿਆ। ਅੱਗ 'ਚ ਤਾਂ ਹੋਰ ਵੀ ਬਥੇਰੀਆਂ ਚੀਜ਼ਾਂ ਨੇ। ਹੀਰਾ ਹੈ ਉਹ ਨਹੀਂ ਅੱਗ 'ਚ ਮੱਚਦਾ, ਉਹ ਤੇਰੇ ਨਾਲੋਂ ਵੀ ਵੱਡਾ ਰੱਬ ਹੈ। ਹੀਰਾ ਜਿਹੜਾ ਕਾਰਬਨ ਹੈ ਉਹ ਨਹੀਂ ਅੱਗ ਦੇ ਵਿੱਚ ਮੱਚਦਾ। ਪਾਣੀ ਦੇ ਵਿੱਚ ਤੂੰ ਕਹਿੰਦਾ ਮੈਂ ਤੁਰ ਲੈਣਾ, ਪਾਣੀ 'ਚ ਤੈਰਨ ਤੁਰਨ ਵਾਲੀਆਂ ਹੋਰ ਥੋੜ੍ਹੀਆਂ ਚੀਜ਼ਾਂ, ਮੱਛੂ ਗੱਛੂ ਡੱਡ ਸੱਪ ਮੱਖੀਆਂ ਮੱਛਰ ਗੰਗੇਰੀਆਂ ਉੱਤੇ ਪਾਣੀ ਦੇ ਤਰ ਕੇ ਚਲੇ ਜਾਂਦੇ ਆ। ਉਹ ਕੀ ਰੱਬ ਹੋ ਗਏ? ਉਹਨਾਂ ਵਰਗਾ ਕਹਿੰਦੇ ਤੇਰਾ ਜੀਵਨ ਵੀ ਉਹਨਾਂ ਵਰਗਾ ਬਣ ਜਾਊਗਾ। ਇਸ ਤਰ੍ਹਾਂ ਨਾਲ ਕਹਿੰਦੇ ਹੋਰ ਕੋਈ ਜੇ ਤੂੰ ਕਹੇ ਮੈਂ ਰੋਟੀ ਨਹੀਂ ਖਾਂਦਾ ਤਾਂ ਦਰਖਤ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੁਛ ਵੀ ਨਹੀਂ ਖਾਂਦੇ। ਦੇਖ ਲਓ ਕਿਸ ਤਰ੍ਹਾਂ ਦੇ ਫਲ ਦਿੰਦੇ ਆ, ਕਿਸ ਤਰ੍ਹਾਂ ਦੀਆਂ ਚੀਜ਼ਾਂ ਦਿੰਦੇ ਆ। ਤੂੰ ਕਹਿੰਦਾ ਮੈਂ ਰੋਟੀ ਨਹੀਂ ਖਾਂਦਾ ਤਾਂ ਇਹਦੇ ਨਾਲ ਕੀ ਰੱਬ ਦਾ ਪ੍ਰੇਮੀ ਹੋ ਗਿਆ? ਨਹੀਂ ਹੋ ਸਕਦਾ। ਤੂੰ ਕਹਿੰਦਾ ਮੈਂ ਪੈਰਾਂ 'ਚ ਜੋੜਾ ਨਹੀਂ ਪਾਉਂਦਾ, ਨਗਨ ਫਿਰਤ ਜੋ ਪਾਈਐ ਜੋਗ ਬਨਕਾ ਮਿਰਗ ਮੁਕਤ ਸਭ ਹੋਗ। ਕਹਿੰਦੇ ਫਿਰ ਇੰਨੇ ਜਾਨਵਰ ਜੰਗਲਾਂ 'ਚ ਫਿਰਦੇ, ਉਹ ਤਾਂ ਕੋਈ ਕੱਪੜਾ ਨਹੀਂ ਲੈਂਦੇ, ਕੋਈ ਜੁੱਤੀ ਨਹੀਂ ਪਾਉਂਦੇ, ਫਿਰ ਤਾਂ ਰੱਬ ਨੂੰ ਉਹ ਵੀ ਮਿਲ ਪੈਣ, ਉਹਨਾਂ ਨੂੰ ਕਿਉਂ ਨਹੀਂ ਮਿਲਿਆ? ਇਸ ਤਰ੍ਹਾਂ ਨਾਲ ਕਹਿੰਦੇ ਇਹ ਕੋਈ ਰੱਬ ਨੂੰ ਮਿਲਣ ਦਾ ਪ੍ਰਮਾਣ ਜਾਂ ਰੱਬ ਦੀ ਭਗਤੀ ਦੇ ਪ੍ਰੇਮ ਦਾ ਸਰਟੀਫਿਕੇਟ ਨਹੀਂ ਹੈ। ਇਹੋ ਜਿਹੇ ਕਰਮ ਕਰਨੇ, ਦਿਖਾਵਾ ਕਰਨਾ, ਡੰਬਰ ਰਚਣਾ, ਉਹਦੀ ਪ੍ਰੇਮਾ ਭਗਤੀ ਜਿਹੜੀ ਹੈ ਉਹ ਤਾਂ ਨਾਮ ਦੁਆਰਾ ਇੱਕ ਵੱਖਰੀ ਹੀ ਚੀਜ਼, ਇੱਕ ਵੱਖਰੀ ਹੀ ਅਵਸਥਾ, ਇੱਕ ਵੱਖਰਾ ਹੀ ਜਿਹੜਾ ਅਭਿਆਸ ਹੈ। ਉਹਦਾ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ। ਇਹ ਚੀਜ਼ਾਂ ਤਾਂ ਪਿੱਛੇ ਰਹਿ ਜਾਂਦੀਆਂ ਨੇ, ਇਹ ਸੰਸਾਰਾਕਾਰ ਚੀਜ਼ਾਂ ਨੇ। ਇਹ ਸਭ ਕੁਝ ਰਿੱਧ ਸਿੱਧ ਵੀ ਅਪਰੋਖ ਗਿਆਨ ਦੇ ਵਿੱਚ ਆ ਗਈ। ਪਰੋਖ ਗਿਆਨ ਨੂੰ ਨਹੀਂ ਇਹ ਸੁਝਾਉਂਦੀਆਂ, ਇਹ ਪਰੋਖ ਗਿਆਨ ਤੋਂ ਤੋੜਦੀਆਂ ਨੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜੋ ਵੀ ਰਿੱਧ ਸਿੱਧ ਅਵਰਾ ਸਾਧ ਕਹਿੰਦੇ, ਰਿੱਧ ਸਿੱਧ ਸਾਰੀਆਂ ਹੋਰ ਹੀ ਸਵਾਦ ਨੇ। ਇਹ ਉਹ ਪਰਮਾਤਮਾ ਦਾ ਸਵਾਦ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ। ਫਿਰ ਸ਼ਲੋਕ ਉਚਾਰ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਇਹ ਵੀ ਦੱਸਿਆ ਵਿਭੀਸ਼ਣ ਨੂੰ, ਸ਼ਲੋਕ ਮਹੱਲਾ ਪਹਿਲਾ, ਕਿ ਕਹਿੰਦੇ ਸਹੰਸਰ ਦਾਨ ਦੇ ਇੰਦਰ ਰੋਆਇਆ। ਕਹਿੰਦੇ ਇੱਥੇ ਵੱਡੇ ਵੱਡੇ ਰੋਂਦੇ ਗਏ ਵਿਭੀਸ਼ਣ,
ਇੱਥੇ ਰਾਮ ਵੀ ਰੋਏ, ਲਛਮਣ ਵੀ ਰੋਏ, ਤੇ ਉਹਨਾਂ ਦੇ ਜਿਹੜੇ ਪਿਓ ਸੀ ਉਹ ਵੀ ਰੋਏ, ਤੇ ਜਿਹੜੇ ਉਹਨਾਂ ਦੇ ਗਾਹਾਂ ਪਿਓ ਸੀ ਆਪਣੇ ਦਸ਼ਰਥ ਵਰਗਿਆਂ ਦੇ, ਰਾਜੇ ਰਾਮਚੰਦਰ ਦੇ ਆਪਣੇ ਦਾਦੇ ਪੜਦਾਦੇ ਅਜਨਾਬ ਵਰਗੇ, ਉਹ ਵੀ ਕਹਿੰਦੇ ਇੱਥੇ ਰੋਏ। ਪਰ ਰੋਣ ਦੇ ਵਿੱਚ ਫਰਕ ਹੈ। ਕਾਹਦੇ ਪਿੱਛੇ ਰੋਏ, ਕਿਉਂ ਰੋਏ? ਉਹ ਮਾੜੀਆਂ ਮੋਟੀਆਂ ਗੱਲਾਂ ਪਿੱਛੇ, ਆ ਮੇਰਾ ਜੀ ਰਾਜ ਖੋਹ ਲਿਆ, ਆ ਮੇਰਾ ਜੀ ਸ਼ਰਾਪ ਲੱਗ ਗਿਆ, ਆ ਮੇਰੇ ਘਰ ਵਾਲੀ ਨੂੰ ਲੈ ਗਿਆ, ਇਹਨਾਂ ਗੱਲਾਂ ਪਿੱਛੇ ਜਿਹੜੇ ਰੋਂਦੇ ਰਹੇ ਉਹ। ਪਰ ਜਿਹੜਾ ਪਰਮਾਤਮਾ ਦੇ ਬਿਰਹੇ ਵਿਯੋਗ ਦੇ ਵਿੱਚ ਉੱਚੇ ਉੱਠ ਕੇ ਰੋਣਾ ਹੈ, ਉਹ ਜਿਹੜਾ ਰੋਣਾ ਕੋਈ ਹੋਰ ਰੋਣਾ ਹੈ। ਪਰ ਇਹ ਜਿਹੜਾ ਸੰਸਾਰਾਕਾਰ ਰੋਣਾ ਹੈ, ਤਾਂ ਇਹ ਜਿਹੜਾ ਰੋਣਾ ਹੈ, ਵਾਲੇਵੈ ਕਾਰਨ ਬਾਬਾ ਰੋਈਐ, ਬਾਜੀ ਹੈ ਉਹ ਸੰਸਾਰੋ, ਲੱਭ ਲੋਭ ਹੰਕਾਰ ਕਮਾਵੈ, ਕੂੜ ਉਠਾਵੈ ਭਾਰੋ। ਕਹਿੰਦੇ ਇਹ ਤਾਂ ਇਹਦੇ ਵਿੱਚ ਰੋਂਦੇ ਹਨ, ਪਰ ਉਹ ਜਿਹੜਾ ਰੋਣਾ ਹੈ ਉਹ ਹੋਰ ਹੈ। ਕਹਿੰਦੇ ਸਹੰਸਰਦਾਨ ਦੇ ਇੰਦਰ ਰੋਆਇਆ। ਕਹਿੰਦੇ ਭਾਈ ਇੱਥੇ ਤਾਂ ਇੰਦਰ ਵਰਗੇ ਵੀ ਰੋਣ ਲੱਗ ਗਏ। ਜਿਹੜਾ ਸਹੰਸਰ ਬਾਹੂ ਸੀ ਨਾ, ਇਹਨੇ ਸੰਕਲਪ ਕਰ ਲਿਆ, ਸਹੰਸਰ ਬਾਹੂ ਨੇ ਇੰਦਰ ਨੂੰ ਰਵਾ ਦਿੱਤਾ ਸੀਗਾ। ਇਹਨੇ ਸੰਕਲਪ ਕਰ ਲਿਆ ਵੀ ਮੈਂ 1000 ਯੱਗ ਕਰਨੇ ਆ। ਉਹਨਾਂ ਵੇਲਿਆਂ ਦੇ ਵਿੱਚ 1000 ਯੱਗ ਕੋਈ ਕਰ ਨਹੀਂ ਸੀ ਸਕਦਾ। ਜਿਵੇਂ ਆਪਾਂ ਕਹੀਏ ਹੁਣ ਵੀ 1000 ਅਖੰਡ ਪਾਠ ਕਰਨਾ, ਜਾਂ ਆਪਾਂ ਕਹੀਏ ਵੀ ਮੈਂ 1000 ਜਪਜੀ ਸਾਹਿਬ ਦੇ ਪਾਠ ਕਰਨੇ ਆ। ਹੁਣ ਇੱਕੋ ਦਮ ਤਾਂ ਹੋ ਨਹੀਂ ਜਾਣਗੇ, ਟਾਈਮ ਲੱਗੂ, ਵਿਧੀ ਸਮੇਂ ਦੇ ਨਾਲ ਹੀ ਹੋਣਗੇ। ਇਸ ਤਰ੍ਹਾਂ ਉਹਨੇ ਜਿਹੜਾ 1000 ਯੱਗ ਕਰਨ ਦਾ ਸੰਕਲਪ ਜਦੋਂ ਕਰ ਲਿਆ, ਤਾਂ ਉਸ ਵੇਲੇ ਉਸ ਨੇ 900 ਤੋਂ ਉੱਪਰ ਯੱਗ ਕਰ ਲਏ ਤੇ ਇੰਦਰ ਦਾ ਸਿੰਘਾਸਣ ਡੋਲ ਪਿਆ। ਜਦੋਂ ਇੰਦਰ ਨੇ ਦੇਖਿਆ ਬਈ ਇਹ ਕੌਣ ਹੈ, ਉਹਨੇ ਪੁੱਛਤਾਛ ਕੀਤੀ। ਕਹਿੰਦੇ ਜੀ ਉਹ ਸਹੰਸਰ ਬਾਹੂ ਹੈ, ਜਮਦਗਨੀ ਦਾ ਸਾਂਢੂ, ਪਰਸਰਾਮ ਦਾ ਮਾਸੜ, ਉਹ ਜਿਹੜਾ ਲੱਗਾ ਪਿਆ ਯੱਗ ਕਰਨ। ਤੇ ਉਹ ਕਹਿੰਦਾ ਇਹ ਤਾਂ ਜੇ ਸਾਰੇ ਇਹਦੇ ਪੂਰੇ ਹੋ ਗਏ, ਮੇਰਾ ਤਾਂ ਸਿੰਘਾਸਣ ਖੋਹ ਲਊਗਾ, ਮੈਂ ਤਾਂ ਆਪਦੀ ਪਦਵੀ ਤੋਂ ਡਿਸਚਾਰਜ ਹੋ ਜਾਊਂਗਾ। ਕਿਉਂਕਿ 1000 ਯੱਗ ਜਿਹੜਾ ਉਹ ਕਰ ਲੈਂਦਾ, ਤੇ ਉਹ ਫਿਰ ਇੰਦਰ ਨੂੰ ਪਦਵੀ ਛੱਡ ਕੇ ਉਹਨੂੰ ਗੱਦੀ ਸੰਭਾਉਣੀ ਪੈਂਦੀ ਆ ਵੀ ਆ ਜਾ ਹੁਣ ਤੂੰ ਵੱਡਾ ਪੁੰਨੀ ਹੋ ਗਿਆ ਮੇਰੇ ਨਾਲ। ਕਹਿੰਦਾ ਇਹ ਤਾਂ ਪੁੰਨ ਜੇ ਪੂਰੇ ਹੋ ਗਏ। ਰੋਣ ਹੀ ਲੱਗ ਗਿਆ ਇੰਦਰ, ਕਹਿੰਦਾ ਮੈਂ ਤਾਂ ਮਾਰਿਆ ਹੀ ਜਾਊਂਗਾ, ਮੇਰਾ ਤਾਂ ਸਾਰਾ ਕੰਮ ਹੀ ਵਿੱਚ ਰਹਿ ਜਾਊਗਾ। ਉਹ ਕਹਿੰਦੇ ਫਿਰ ਰੋ ਨਾ ਤੂੰ, ਇਹਦਾ ਉਪਾਅ ਕਰ ਕੋਈ। ਫਿਰ ਉਪਾਅ ਛਲ ਕਪਟ ਨਾਲ ਉੱਥੇ ਆਪਣੀਆਂ ਪੱਛਰਾਂ ਭੇਜ ਦਿੱਤੀਆਂ। ਕਹਿੰਦੇ ਜਾ ਕੇ ਇਹਨੂੰ ਕਾਬੂ ਕਰੋ, ਇਹਦੇ ਵਿਗਨ ਬੁਗਨ ਪਾਓ, ਇਹਦੀ ਬਿਰਤੀ ਨੂੰ ਹਿਲਾਓ, ਇਹਨੂੰ ਕਾਮ ਚੇਸ਼ਟਾ 'ਚ ਲੈ ਕੇ ਜਾਓ। ਇਹੋ ਜਿਹੇ ਕੰਮ ਕਰਦੇ ਸੀ ਦੇਵਤੇ। ਤੇ ਇਸ ਤਰ੍ਹਾਂ ਇਹੋ ਜਿਹੇ ਕੰਮ ਕਰਕੇ ਫਿਰ ਰੋਂਦੇ ਸੀ। ਜਦੋਂ ਉੱਥੇ ਅਪਸਰਾ ਚਲੀਆਂ ਗਈਆਂ, ਉਹਨਾਂ ਨੇ ਜਾ ਕੇ ਆਪਦਾ ਜਦੋਂ ਨਿੱਤ ਢਾਂਚਾ ਖੇਡਿਆ, ਤਾਂ ਉਹ ਜਿਹੜਾ ਸਹੰਸਰ ਬਾਹੂ ਸੀ ਤੇ ਉਹ ਵੀ ਸਾਧ ਸੰਗਤ ਜੀ ਉਹਨਾਂ ਦੇ ਕਾਬੂ 'ਚ ਹੋ ਗਿਆ। ਜਦੋਂ ਕਾਬੂ 'ਚ ਹੋ ਗਿਆ ਤੇ ਜੱਗਾਂ ਤੋਂ ਬਿਰਤੀ ਉਖੜ ਗਈ। 999 ਜੱਗ ਹੋ ਗਏ ਸੀ। ਪਹਿਲਾਂ ਤਾਂ ਇੰਦਰ ਰੋਇਆ, ਫਿਰ ਜਦੋਂ 999 ਜੱਗਾਂ ਤੇ ਆ ਕੇ ਉਹਦੇ ਵਿਘਨ ਇੰਦਰ ਨੇ ਪਾ ਦਿੱਤਾ, ਫਿਰ ਸਹੰਸਰ ਬਾਹੂ ਰੋਣ ਲੱਗ ਗਿਆ। ਕਹਿੰਦਾ ਹੁਣ ਕੀ ਕਰਾਂ, ਫੇਰ 12 ਸਾਲ ਲੱਗਣਗੇ। 12 ਸਾਲ ਦੀ ਤਪੱਸਿਆ ਨੂੰ ਛਿੰਚ ਭੰਗ ਕਰ ਦਿੱਤਾ। ਇਸ ਤਰ੍ਹਾਂ ਕਹਿੰਦੇ ਇੰਦਰ ਵਰਗੇ, ਸਹੰਸਰ ਬਾਹੂ ਵਰਗੇ ਇਹ ਵੀ ਕਹਿੰਦੇ ਰੋਂਦੇ ਦੇਖੇ ਗਏ। ਐਡੀਆਂ ਐਡੀਆਂ ਤਾਕਤਾਂ ਵਾਲੇ ਇਹ ਵੀ ਜਿਹੜੇ ਰੋਂਦੇ ਸੰਸਾਰ ਤੇ ਆਪਣੀਆਂ ਪੁਰੀਆਂ ਦੇ ਵਿੱਚ ਰੋਂਦੇ ਪਿੱਟਦੇ ਦੇਖੇ ਗਏ ਐ। ਪਰਸ਼ੁਰਾਮ ਰੋਵੇ ਘਰ ਆਇਆ, ਤੇ ਕਹਿੰਦੇ ਪਰਸ਼ੁਰਾਮ ਵੀ ਰੋਂਦਾ ਦੇਖਿਆ। ਛੇ ਕਲਾ ਅਵਤਾਰ ਸੀ ਪਰਸ਼ੁਰਾਮ। ਕਿਹਦਾ? ਸ਼ਿਵ ਜੀ ਦਾ ਅੰਗਕ ਅਵਤਾਰ ਸੀਗਾ। ਸ਼ਿਵ ਜੀ ਦੀ ਅੰਸ਼ ਤੋਂ ਛੇ ਕਲਾ ਅਵਤਾਰ ਸੀ ਪਰਸ਼ੁਰਾਮ। ਸ਼ਿਵ ਜੀ ਦਾ ਸ਼ਿਵ ਅਵਤਾਰ ਸੀ, ਛੇ ਕਲਾ। ਸੋ ਇਸ ਪ੍ਰਕਾਰ ਨਾਲ ਉਹ ਵੀ ਜਦੋਂ ਰੋਂਦੀ ਸੁਣ ਕੇ ਰੇਣਕਾ, ਤਾਂ ਕਹਿੰਦੇ ਆਪਦੀ ਮਾਂ ਨੂੰ ਜਦੋਂ ਰੋਂਦਾ ਦੇਖਿਆ, ਕਹਿੰਦੇ ਕੀ ਹੋ ਗਿਆ? ਕਿਉਂਕਿ ਇਹਦਾ ਪਿਤਾ ਬ੍ਰਾਹਮਣ ਸੀਗਾ, ਜਮਨੀ ਲਿਖੀ, ਤੇ ਉਹਦੇ ਕੋਲ ਕਾਮਧੇਨ ਗਊ ਸੀ। ਤੇ ਇੱਕ ਵਾਰ ਉਹ ਆਪਦੇ ਸਾਂਢੂ ਸਹੰਸਰ ਬਾਹੂ ਨੂੰ ਜਿਹੜਾ ਨਿਆਉਂਦਾ ਦੇ ਬੈਠਾ। ਉਹ ਕਹਿੰਦਾ ਮੇਰੇ ਤਾਂ ਐਡਾ ਰਾਜ ਫੌਜਾਂ, ਤੂੰ ਮੈਨੂੰ ਕਿੱਥੋਂ ਰੋਟੀਆਂ ਖਵਾ ਦੇਂਗਾ? ਉਹ ਕਹਿੰਦਾ ਕੋਈ ਨਾ, ਤੁਸੀਂ ਆ ਜਿਓ ਮਹਾਰਾਜ, ਆਪਾਂ ਕਰਾਂਗੇ ਹੀ ਜੋ ਵੀ ਹੋਊਗਾ। ਉਹ ਛੋਟੀ ਜਿਹੀ ਕੁਟੀਆ ਸੀ, ਉਹ ਫੌਜਾਂ ਲੈ ਕੇ ਜਦੋਂ ਆਇਆ ਦੂਰ ਤੱਕ, ਤੇ ਉਹਨੇ ਅੰਦਰ ਕਹਿੰਦਾ ਵੀ ਅੰਦਰ ਆ ਕੇ ਨਾ ਦੇਖੀ, ਮੈਂ ਸਭ ਕੁਝ ਬਾਹਰ ਪਹੁੰਚਾ ਦੇਣਾ। ਕਾਮਧੇਨ ਗਊ ਤੋਂ ਮੰਤਰਾਂ ਦੇ ਨਾਲ, ਕਾਮਧੇਨ ਪਾਰ ਜਾਤ ਹਰ ਹਰ ਰੁੱਖ। ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਕਾਮਧੇਨ ਹੈ ਭਾਈ, ਉੱਥੋਂ ਪੂਰੀਆਂ ਹੁੰਦੀਆਂ। ਹਿਰਦੇ ਰੂਪ ਕੁਟੀਆ ਦੇ ਵਿੱਚੋਂ, ਸੁਰਤੀ ਰੂਪ ਕਹਿੰਦੇ ਕੁਟੀਆ ਦੇ ਵਿੱਚੋਂ। ਪਰ ਇੱਧਰ ਇਹਨਾਂ ਨੇ ਭਾਵ ਹੋਰ ਲੈ ਲਿਆ। ਉਹ ਕਾਮਧੇਨ ਗਊ ਤੋਂ ਜਿਉਂ ਰਜਾਉਣ ਲੱਗਾ, ਤੇ ਉਹ ਸਹੰਸਰ ਬਾਹੂ ਕਹਿੰਦਾ ਵੀ ਅੰਦਰ ਜਾ ਕੇ ਤਾਂ ਦੇਖਾਂ ਵੀ ਇਹ ਕਰਦਾ ਕੀ ਆ, ਕਿੱਥੋਂ ਕੱਢਦਾ ਇੰਨੇ ਸਮਾਨ, ਇੰਨੀਆਂ ਚੀਜ਼ਾਂ ਖਾਣ ਵਾਲੀਆਂ ਤੇ ਵਰਤਾਉਣ ਵਾਲੀਆਂ। ਤੇ ਉਹ ਜਾ ਕਰਕੇ ਜਦੋਂ ਉਹਨੇ ਪਰਦਾ ਚੱਕ ਕੇ ਦੇਖਿਆ, ਤੇ ਕਹਿੰਦੇ ਉਹਨੂੰ ਸਾਰਾ ਭੇਦ ਪਤਾ ਲੱਗ ਗਿਆ ਵੀ ਇਹਦੇ ਕੋਲ ਤਾਂ ਕਾਮਧੇਨ ਗਊ ਹੈ,
ਇਹ ਕਾਮਧੇਨ ਗਊ ਨਾਲ ਫੌਜਾਂ ਰਚ ਕੇ ਮੇਰਾ ਰਾਜ ਵੀ ਨਸ਼ਟ ਕਰ ਸਕਦਾ। ਉਹਨੂੰ ਇਹ ਡਰ ਪੈਦਾ ਹੋ ਗਿਆ ਬਈ ਮੈਂ ਹੋਵੇ ਨਾ ਤਾਂ ਇਹਦੇ ਕੋਲੋਂ ਕਾਮਧੇਨ ਗਊ ਖੋਹ ਲਵਾਂ। ਇਸ ਤਰ੍ਹਾਂ ਨਾਲ ਆਪਸ ਦੇ ਵਿੱਚ ਲੜ ਕਰਕੇ ਕਹਿੰਦੇ ਉਸ ਵੇਲੇ ਜਮਦਗਨੀ ਨੇ ਗਊ ਦਿੱਤੀ ਨਹੀਂ ਤੇ ਉਸ ਹੰਸਰ ਬਹੂ ਨੇ ਖੋਹਣੀ ਚਾਹੀ, ਤੇ ਖੋਹਦਿਆਂ ਰੋਂਦਿਆਂ ਕਰਲਾਉਂਦਿਆਂ ਲੜਦਿਆਂ ਭਿੜਦਿਆਂ ਤੇ ਕਹਿੰਦੇ ਕੀ ਹੋਇਆ, ਦੋਵੇਂ ਸਾਂਢੂ ਸਾਨਾ ਤੇ ਆਪਸ ਦੇ ਵਿੱਚ ਲੜ ਕਰਕੇ ਹੰਸਰ ਬਾਹੂ ਨੇ ਜਮਦਗਨੀ ਰਿਖੀ ਦਾ ਸਿਰ ਵੱਢ ਦਿੱਤਾ। ਜਦੋਂ ਸਿਰ ਵੱਢ ਦਿੱਤਾ ਕਾਮਧੇਨ ਮਨਾ ਲੈ ਸਕਿਆ, ਤੇ ਇਸ ਤਰ੍ਹਾਂ ਨਾਲ ਜਦੋਂ ਕਰ ਦਿੱਤਾ ਤਾਂ ਉਸ ਵੇਲੇ ਜਿਹੜੀ ਉਹਦੇ ਘਰ ਵਾਲੀ ਪਰਸ਼ੁਰਾਮ ਦੀ ਮਾਂ ਰੇਣੂਕਾ ਸੀ, ਉਹਨੇ ਦੇਖਿਆ ਇਹ ਵੀ ਕੰਮ ਤਾਂ ਉਲਟਾ ਹੋ ਗਿਆ, ਬਈ ਇਹ ਜਿਹੜਾ ਕੰਮ ਖਰਾਬ ਹੋ ਗਿਆ। ਉਸ ਵੇਲੇ ਰੋਣ ਪਿੱਟਣ ਲੱਗੀ, ਤੇ ਜਿਹੜਾ ਪਰਸ਼ੁਰਾਮ ਸੀ ਘਰ ਦੇ ਵਿੱਚ ਹੈ ਨਹੀਂ ਸੀਗਾ ਉਦੋਂ, ਹੋਰ ਕਿਤੇ ਗਿਆ ਹੋਇਆ ਸੀ ਕਿਸੇ ਨੂੰ ਸ਼ਸਤਰ ਵਿੱਦਿਆ ਸਿਖਾਉਣ। ਤੇ ਇਸ ਤਰ੍ਹਾਂ ਬੜਾ ਡਿਟੇਲ ਹੈ। ਕਹਿੰਦੇ ਉਹਨੇ ਜਦੋਂ ਆ ਕਰਕੇ ਆਪਦੀ ਮਾਂ ਨੂੰ ਦੇਖਿਆ ਰੋਂਦੀ ਨੂੰ, ਤੇ ਕਹਿੰਦੇ ਆਪ ਵੀ ਰੋਣ ਲੱਗਾ। ਜਦੋਂ ਰੋਣ ਲੱਗਾ ਬਹੁਤ ਦੁਖੀ ਹੋਇਆ। ਕਹਿੰਦੇ ਐਵੇਂ ਹੀ ਪਰਸ਼ੁਰਾਮ ਨੂੰ ਪਤਾ ਲੱਗਾ, ਇਸ ਤਰ੍ਹਾਂ ਪਰਸ਼ੁਰਾਮ ਵੀ ਰੋਇਆ, ਜਮਦਗਨੀ ਹੰਸਰ ਬਾਹੂ ਤੇ ਇਹ ਇੰਦਰ ਵਰਗੇ ਸਾਰੇ। ਤੇ ਪਰਸ਼ੁਰਾਮ ਦੂਜੀ ਵਾਰ ਕਦੋਂ ਰੋਇਆ? ਦੂਜੀ ਵਾਰ ਉਦੋਂ ਰੋਇਆ ਜਦੋਂ ਰਾਮਚੰਦਰ ਜੀ ਨੇ ਸਾਹਮਣੇ ਸਨਮੁਖ ਹੀ ਉਸ ਦੀ ਕਲਾ ਨੂੰ ਆਪਣੇ ਵਿੱਚ ਅਲੋਪ ਕਰ ਲਿਆ, ਤੇ ਉਹਨੂੰ ਕਿਹਾ ਕਿ ਅੱਜ ਤੋਂ ਬਾਅਦ ਤੂੰ ਇਹ ਕੰਮ ਨਾ ਕਰਿਆ ਕਰ, ਜਿਹੜਾ ਇਹ ਤੂੰ ਦਾਨ ਕਰਕੇ ਧਰਤੀ, ਕਿਉਂਕਿ ਪਰਸ਼ੁਰਾਮ ਧਰਤੀ ਦਾਨ ਕਰਕੇ ਆਪ ਆਕਾਸ਼ ਦੇ ਵਿੱਚ ਆਸਣ ਲਾ ਲੈਂਦਾ ਸੀ। ਖੱਤਰੀਆਂ ਤੋਂ 21 ਵਾਲੇ ਦੇ ਵਿਯੋਗ 'ਚ, ਜਮਦਗਨੀ ਦੇ ਵਿਯੋਗ 'ਚ, ਤਾਂ ਇਹਨੇ ਸੰਕਲਪ ਕੀਤਾ ਵੀ 21 ਵਾਰੀ ਮੈਂ ਜਿਹੜੀ ਖੱਤਰੀਆਂ ਰਾਮਚੰਦਰ ਦੇ ਅੰਸ਼ਕਾਂ ਬੰਸ਼ਕਾਂ ਤੋਂ 21 ਵਾਰ ਖੋਹ ਕੇ ਬ੍ਰਾਹਮਣਾਂ ਨੂੰ ਦਾਨ ਕਰਨੀ ਹੈ। ਪਰ 21 ਵਾਰ ਖੋਹ ਕੇ ਦਾਨ ਵੀ ਕੀਤੀ, ਫਿਰ ਵੀ ਉਹਦੇ ਬ੍ਰਾਹਮਣ ਜਿਹੜੇ ਮੰਗਦੇ ਹੀ ਫਿਰਦੇ ਆ। 21 ਵਾਰ ਦਾਨ ਕਰਤੀ ਸੀ ਬ੍ਰਾਹਮਣਾਂ ਨੂੰ ਧਰਤੀ ਖੱਤਰੀਆਂ ਤੋਂ ਖੋਹ ਕੇ ਪਰਸ਼ੁਰਾਮ ਨੇ, ਪਰ ਫਿਰ ਵੀ ਉਹਨਾਂ ਦਾ ਮੰਗਤਾ ਪਾਣਾ ਜਿਹੜਾ ਉਹ ਨਸ਼ਟ ਨਹੀਂ ਹੋਇਆ। ਕਿੱਥੇ ਗੁਰੂ ਗੋਬਿੰਦ ਸਿੰਘ ਦਾ ਦਾਨ? ਕਹਿੰਦੇ ਐਸਾ ਦਾਨ ਦਿੱਤਾ ਜਿਹਨੂੰ ਇੱਕ ਵਾਰੀ ਦੇਤਾ ਮੁੜ ਕੇ ਦੇਣ ਵਾਲਾ ਹੋ ਗਿਆ, ਲੈਣ ਵਾਲਾ ਨਹੀਂ। ਮੁੜ ਕੇ ਲਿਆ ਨਹੀਂ ਕਿਸੇ ਕੋਲੋਂ ਜਾ ਕੇ, ਦੇਣ ਵਾਲਾ ਹੋ ਗਿਆ। ਇਸ ਤਰ੍ਹਾਂ ਨਾਲ ਪਰਸ਼ੁਰਾਮ ਜਿਹੜਾ ਸੀ, ਜਦੋਂ ਰਾਮਚੰਦਰ ਨੇ ਕਲਾ ਛੀਨ ਲਈ ਤਾਂ ਉਸ ਵੇਲੇ ਵੀ ਰੋਂਦਾ ਹੋਇਆ ਕਲਾ ਕੋਹਾ ਕੇ ਘਰ ਨੂੰ ਆਇਆ। ਘਰੇ ਰੋਂਦਾ ਹੀ ਆਇਆ। ਜਦੋਂ ਸਾਰਾ ਕੁਝ ਕਿਸੇ ਦਾ ਖੋਹ ਲਵੇ, ਕੋਈ ਲੈ ਲਵੇ, ਸ਼ਕਤੀ ਨਾਸ਼ ਕਰ ਦੇਵੇ, ਤਾਂ ਫਿਰ ਰੋਣਾ ਹੀ ਉਹਦੇ ਪੱਲੇ। ਤੇ ਕਹਿੰਦਾ ਮੈਂ ਤਾਂ ਸ਼ਕਤੀ ਨਾਲ ਹੀ, ਉਹਨੂੰ ਵੀ ਪ੍ਰੇਮਾ ਭਗਤੀ ਨਹੀਂ ਸੁੱਝੀ ਵੀ ਪ੍ਰਮਾਤਮਾ ਦੀ ਬੰਦਗੀ ਕਰਾਂ, ਕਿਹੜਾ ਖੋਹ ਲਊਗਾ। ਪਰ ਉਹ ਕਲਾ ਸੀ ਜਿਹੜੀ ਰਿੱਧੀਆਂ ਸਿੱਧੀਆਂ ਦੀ ਕਲਾ ਸੀ, 6 ਕਲਾ ਵੀ ਰਿੱਧੀਆਂ ਸਿੱਧੀਆਂ 'ਚ ਸਨ। ਤਾਂ ਇਸ ਤਰ੍ਹਾਂ ਨਾਲ ਜਦੋਂ ਰਾਮ ਨੇ ਉਸ ਨੂੰ ਲੁਪਤ ਕਰ ਦਿੱਤਾ, ਬੁਝਾ ਦਿੱਤਾ, ਜੋਤ ਮੱਧਮ ਕਰ ਦਿੱਤੀ। ਰਾਮ 14 ਕਲਾ ਸੀ, ਉਹ 6 ਕਲਾ ਸੀ। ਇਸ ਤਰ੍ਹਾਂ ਜਦੋਂ ਜੋਤ ਮੱਧਮ ਕਰਤੀ ਤਾਂ ਫੇਰ ਕਹਿੰਦੇ ਪਰਸ਼ੁਰਾਮ ਰੋਵੇ ਘਰ ਆਇਆ। ਪਰਸ਼ੁਰਾਮ ਵੀ ਮਹਾਰਾਜ ਕਹਿੰਦੇ ਰੋਂਦਾ ਹੋਇਆ ਹੀ ਘਰ ਦੇ ਵਿੱਚ ਆਇਆ। ਰੋਂਦੇ ਰਹੇ ਇਹ ਸਾਰੇ। ਅਜ ਐਸੋ ਰੋਵੇ ਭੀਖਿਆ ਖਾਏ। ਅੱਜ ਨਾਭ ਰਾਜਾ ਸੀ ਜਿਹੜਾ, ਇਹ ਰਾਮਚੰਦਰ ਦਾ ਦਾਦਾ ਸੀਗਾ, ਭਾਵ ਦਸ਼ਰਥ ਦਾ ਪਿਓ ਸੀਗਾ ਇਹ ਜਿਹੜਾ ਸੀ। ਤੇ ਇਹ ਜਿਹੜਾ ਦਾਨ ਕਰਦਾ ਹੁੰਦਾ ਸੀ। ਇੱਕ ਦਿਨ ਕਹਿੰਦੇ ਦਾਨ ਲੈਣ ਵਾਸਤੇ ਕੋਈ ਆ ਗਿਆ। ਉਹ ਦਾਨ ਜਦੋਂ ਖੜਾ ਸੀਗਾ ਘੋੜਿਆਂ ਦੇ ਤਬੇਲੇ ਦੇ ਵਿੱਚ, ਇਹਨੂੰ ਪਤਾ ਨਹੀਂ ਕੀ ਸੁੱਝੀ, ਉਸ ਵੇਲੇ ਚੱਕ ਕੇ ਨਾ ਮਸ਼ਕਰੀ ਕੀਤੀ ਤੇ ਥੋੜ੍ਹੀ ਜਿਹੀ ਲਿੱਦ ਉਹਨੂੰ ਦੇਤੀ। ਕਹਿੰਦਾ ਲੈ ਅਜੇ ਤਾਂ ਮੇਰੇ ਕੋਲ ਆਹੀ ਆ, ਮੈਂ ਤਾਂ ਘੋੜੇ ਦੇਖਦਾ ਫਿਰਦਾ, ਅਜੇ ਤੂੰ ਟਾਈਮ 'ਤੇ ਨਹੀਂ ਆਇਆ, ਤੂੰ ਉੱਧਰ ਮਹਿਲਾਂ 'ਚ ਆਉਣਾ ਸੀ, ਉੱਧਰ ਮੈਂ ਤੈਨੂੰ ਦਾਨ ਕੋਈ ਚੀਜ਼ ਦਿੰਦਾ ਮੂੰਹ ਮੰਗੀ। ਇੱਥੇ ਤਾਂ ਕਹਿੰਦਾ ਮੇਰੇ ਕੋਲ ਲਿੱਦ ਹੀ ਹੈ, ਇਹੀ ਲੈ ਜਾ ਹੁਣ ਤੂੰ, ਬਾਅਦ 'ਚ ਆਈ ਫਿਰ ਹੋਰ ਦੇਖਾਂਗੇ। ਉਹ ਮਹਾਤਮਾ ਸੀਗਾ ਪੂਰਾ। ਜਦੋਂ ਲੈ ਕੇ ਜਾ ਕੇ ਉਹਨੇ ਆਪਣੇ ਆਸ਼ਰਮ ਦੇ ਬਾਹਰ ਲਿੱਦ ਰੱਖ ਦਿੱਤੀ ਤੇ ਬਚਨ ਕੀਤਾ ਕਿ 100 ਗੁਣਾ ਵਧੇ ਭਾਈ ਤੇਰਾ ਦਾਨ। ਉਹ ਹੁਣ ਜਿਹੜੀ ਰੋਜ਼ ਵਧਣੀ ਸ਼ੁਰੂ ਹੋ ਗਈ ਤਾਂ ਕਹਿੰਦੇ ਵੱਧਦੀ ਦੇ ਉਹਦੇ ਪਹਾੜ ਜਿੱਡਾ ਢੇਰ ਲੱਗ ਗਿਆ। ਇੱਕ ਦਿਨ ਰਾਜਾ ਜਨਾਬ ਫੌਜਾਂ ਨੂੰ ਲੈ ਕਰਕੇ ਗਿਆ ਸੈਰ ਸਪਾਟੇ ਤੇ, ਜਾ ਕਰਕੇ ਦੇਖਿਆ, ਕਹਿੰਦਾ ਵੀ ਇੱਥੇ ਕੌਣ ਰਹਿੰਦਾ? ਨਾ ਕੋਈ ਖੋਤਾ, ਨਾ ਕੋਈ ਖੱਚਰ, ਨਾ ਕੋਈ ਘੋੜਾ, ਨਾ ਕੋਈ ਹਾਥੀ, ਤੇ ਲਿੱਦ ਦਾ ਢੇਰ ਕਿੱਥੋਂ ਲੱਗਿਆ ਪਿਆ? ਕਹਿੰਦਾ ਇੱਥੇ ਦਿਖਦਾ ਕੁਛ ਵੀ ਨਹੀਂ, ਕਿਹੜਾ ਲਿੱਦ ਕਰ ਜਾਂਦਾ ਇੱਥੇ, ਕੌਣ ਸਿੱਟ ਦਿੰਦਾ ਲਿੱਦ? ਉਹ ਕਹਿੰਦੇ ਜੀ ਜਾ ਕੇ ਪੁੱਛਦੇ ਆ। ਉਹ ਜਾ ਕੇ ਦੇਖਿਆ ਛੋਟੀ ਜਿਹੀ ਕੁਟੀਆ ਦੇ ਵਿੱਚ ਮਹਾਤਮਾ, ਤੇ ਮਹਾਤਮਾ ਨੂੰ ਕਹਿੰਦੇ ਮਹਾਰਾਜ ਇੱਥੇ ਗਧਾ ਘੋੜਾ ਤਾਂ ਕੋਈ ਦਿਖਦਾ ਨਹੀਂ, ਆ ਲਿੱਦ ਦਾ ਢੇਰ ਐਡਾ ਕਿਵੇਂ ਲੱਗ ਗਿਆ? ਉਹ ਕਹਿੰਦੇ ਭਾਈ ਇਹ ਲਿੱਦ ਦਾ ਢੇਰ ਤੁਸੀਂ ਹੀ ਲਾਇਆ, ਤੁਹਾਡਾ ਹੀ ਹੈ ਇਹ ਲਿੱਦ ਦਾ ਢੇਰ। ਉਹ ਕਹਿਣ ਲੱਗੇ ਮਹਾਰਾਜ ਸਾਡੇ ਤਾਂ ਕੋਈ ਸਮਝ 'ਚ ਨਹੀਂ ਆਈ, ਅਸੀਂ ਕਿੱਥੇ ਲਾਇਆ, ਅਸੀਂ ਤਾਂ ਲਿੱਦ ਹੋਰ ਥਾਵੇਂ ਸਿੱਟਦੇ ਹਾਂ ਸਾਰੇ ਹਾਥੀਆਂ ਘੋੜਿਆਂ ਦੀ, ਇਹ ਕਿੱਥੋਂ ਆ? ਉਹ ਕਹਿੰਦੇ ਭਾਈ ਇਹ ਤੁਹਾਡੇ ਰਾਜੇ ਆ ਜਨਾਬ ਨੇ ਹੀ, ਦਸ਼ਰਥ ਦੇ ਪਿਓ ਨੇ ਹੀ ਦਾਨ ਕੀਤਾ। ਤੇ ਦਾਨ ਜਿਹੜਾ ਵੱਧਦਾ ਹੁੰਦਾ, ਜਦੋਂ ਮਹਾਤਮਾ ਨੂੰ ਦਾਨ ਹੋ ਗਿਆ, ਉਹਨੇ ਕਹਿਤਾ ਕਰਨੀ ਵਾਲੇ ਨੂੰ ਦਾਨ ਹੋ ਗਿਆ, ਉਹਨੇ ਬਚਨ ਕਹਿਤਾ ਵੀ ਇਹ ਜਿਹੜਾ ਤੇਰਾ 100 ਗੁਣਾ ਵਧੇ। ਉਹਨੇ 100 ਗੁਣਾ ਵੱਧ ਗਿਆ ਹੈ, ਹੋਰ ਵੀ 1000 ਗੁਣਾ ਵਧੂਗਾ।
क्योंकि तुसीं दान कीता होया। वो तो भज्जे आए साहो साह आके राजे अजनाब नूं कहंदे महाराज ये तां कसूता ही पंगा पै गया, ये तां कहंदे तुसीं दान कीता, थोड़ी लिद्द आ ये सारी। कहंदा फिर हुण किवें छुटकारा होवे? जाके कहंदे महात्मा ही जुगती दस सकदे आ किवें छुटकारा होवे। जिहो जिहा दान कीता हुण वढਣਾ पऊगा, कर्मां संधड़ा खेत, जिहो जिहा कर्म कीता ਉਹ ਜਿਹੜਾ ਚੁਗਣਾ ਪਊਗਾ। ਉਸ ਵੇਲੇ ਮਹਾਤਮਾ ਤੋਂ ਜਾ ਕੇ ਜੁਗਤੀ ਪੁੱਛੀ, ਕਹਿਣ ਲੱਗੇ ਮਹਾਰਾਜ ਕੀ ਕਰਾਂ ਹੁਣ ਮੈਂ ਤਾਂ ਕਰ ਬੈਠਾ, ਅਣਭੋਲਤਾ ਚ ਕਰ ਬੈਠਾ ਹੈ। ਉਹ ਕਹਿੰਦੇ ਭਾਈ ਇਹ ਤਾਂ ਖਾਣੀ ਪਊਗੀ ਤੈਨੂੰ, ਸਾਰੀ ਲਿੱਦ ਹੈ ਜਿਹੜੀ ਇਹ ਖਾਣੀ ਪਊਗੀ ਤੈਨੂੰ। ਕਹਿੰਦਾ ਮਹਾਰਾਜ ਮੈਂ ਤਾਂ ਨਹੀਂ ਖਾ ਸਕਦਾ। ਕਹਿੰਦੇ ਫਿਰ ਇਸ ਤਰ੍ਹਾਂ ਕਰ, ਲੋਕਾਂ ਤੋਂ ਨਿੰਦਿਆ ਕਰਾ ਲਾ, ਲੋਕਾਂ ਤੋਂ ਨਿੰਦਿਆ ਕਰਾ ਲਾ ਆਪਦੀ, ਤੇ ਜਿਹੜੀ ਇਹ ਘਟ ਜਾਊਗੀ। ਜਿੰਨੀ ਨਿੰਦਿਆ ਲੋਕ ਤੇਰੀ ਕਰ ਦੇਣ ਉਨੀ ਉਹਨਾਂ ਢੇਰ ਘਟਦਾ ਜਾਊਗਾ। ਉਹ ਕਹਿੰਦਾ ਇਹ ਗੱਲ ਠੀਕ ਆ, ਮੈਂ ਐਡਾ ਭਾਰ ਲਿੱਦ ਦਾ ਖਾਂਦਾ ਖਾਂਦਾ ਮਰ ਜਾਊਂ, ਸਾਰੇ ਜਨਮ 'ਚ ਨਹੀਂ ਖਾਧੀ ਜਾਣੀ। ਤੇ ਉਹਨੇ ਜਿਹੜਾ ਨਿੰਦਿਆ ਕਰਾਉਣ ਦਾ ਪ੍ਰਪੰਚ ਰਚ ਲਿਆ। ਉਸ ਵੇਲੇ ਸ਼ਰਾਬ ਲੈ ਲਈ ਤੇ ਜਿਹੜਾ ਨਸ਼ੇ ਪੱਤੇ ਵਾਲਾ ਕਰਕੇ ਢੰਗ ਜਿਹਾ ਨਾਲ ਉਸੇ ਤਰ੍ਹਾਂ ਆਪਣੇ ਜਿਹੜੀਆਂ ਵੇਸਵਾ ਦੇ ਰੂਪ ਦੇ ਵਿੱਚ ਦਾਸੀਆਂ ਨੂੰ ਬਿਠਾ ਕੇ ਰਾਤ ਦੇ ਸ਼ਹਿਰ ਦੇ ਵਿੱਚ ਗੇੜਾ ਦੇਣ ਲੱਗਾ ਰਾਜਾ ਅਜਨਾਬ। ਜਦੋਂ ਇਸ ਤਰ੍ਹਾਂ ਨਾਲ ਗੇੜਾ ਦਿੱਤਾ ਤੇ ਸਾਰੇ ਲੱਗੇ ਲੋਕ ਨਿੰਦਿਆ ਕਰਨ, ਕਹਿੰਦੇ ਧਰਮੀ ਰਾਜਾ ਸੀ, ਦਿਮਾਗ ਹਿੱਲ ਗਿਆ ਲੱਗਦਾ ਵੀ ਇਹੋ ਜਿਹਾ ਕਰਮ ਇਹਨੇ ਕਦੇ ਨਹੀਂ ਪਹਿਲਾਂ ਇਹਦੇ ਜ਼ਿੰਦਗੀ ਦੇ ਵਿੱਚ ਆਪਾਂ ਦੇਖਿਆ। ਪਰਦੇ 'ਚ ਕਰਦਾ ਹੋਊ ਕਹਿੰਦੇ, ਪਰ ਸਾਹਮਣੇ ਆ ਤਾਂ ਇਹਨੇ ਅੱਜ ਹੱਦ ਹੀ ਕਰ ਦਿੱਤੀ। ਸਾਹਮਣੇ ਹੀ ਦਾਰੂ, ਸਾਹਮਣੇ ਹੀ ਆਹ ਵੇਸ਼ਵਾਗਾਮੀ ਤੇ ਲੱਗੇ। ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਮਹਾਤਮਾ ਦੀ ਦੱਸੀ ਹੋਈ ਜੁਗਤੀ ਹੈ, ਇਹਨੇ ਲਿੱਦ ਘਟਾਉਣੀ ਹੈ। ਉਹ ਜਿੱਧਰ ਜਾਵੇ ਉੱਧਰ ਹੀ ਸਾਰੇ ਉਹਨੂੰ ਜਿਹੜਾ ਬੁਰਾ ਭਰਾ ਬੋਲਣ ਲੱਗ ਗਏ ਰਾਜੇ ਨੂੰ। ਉਹ ਜਿਵੇਂ ਜਿਵੇਂ ਨਿੰਦਿਆ ਕੀਤੀ ਕਹਿੰਦੇ ਇਹ ਤਾਂ ਕੰਮ ਹੀ ਹੈ, ਇਹ ਤਾਂ ਸ਼ਰਾਬੀ ਹੈ, ਇਹ ਤਾਂ ਫਲਾਣਾ, ਇਹ ਤਾਂ ਢੰਗਾਣਾ। ਉਹ ਉਵੇਂ ਉਵੇਂ ਸਾਰੀ ਲਿੱਦ ਦਾ ਪਹਾੜ ਸੀ ਨਾ ਜਿਹੜਾ, ਕਿਉਂਕਿ ਜਿਹੜੇ ਫਿਰ ਮਾਰਦੇ ਆ ਤਾਰਦੇ ਵੀ ਉਹੀ ਆ, ਜੁਗਤੀ ਉਹਨਾਂ ਕੋਲ ਹੀ ਹੁੰਦੀ ਆ, ਦੂਜਾ ਨਹੀਂ ਫਿਰ ਤਾਰ ਸਕਦਾ ਕਿਉਂਕਿ ਉਹਨਾਂ ਕੋਲ ਹੀ ਜੁਗਤੀ ਹੁੰਦੀ ਆ। ਤਾਂ ਫਿਰ ਉਹ ਸਾਰਾ ਪਹਾੜ ਸੀ ਜਿਹੜਾ ਘਟ ਗਿਆ। ਜਦੋਂ ਘਟ ਗਿਆ ਸਾਧ ਸੰਗਤ ਜੀ, ਪਰ ਇੱਕ ਜਿੰਨੀ ਦਿੱਤੀ ਹੋਈ ਸੀ 10-20 ਗ੍ਰਾਮ, ਇੱਕ ਲੇਡਾ ਜਿਹਾ ਲਿੱਦ ਦਾ, ਉਹ ਨਹੀਂ ਘਟਿਆ, ਉਹ ਪਿਆ ਹੀ ਰਹਿ ਗਿਆ, ਉਹ ਪਿਆ ਰਹਿ ਗਿਆ। ਜਦੋਂ ਰਾਜੇ ਅਜਨਾਬ ਨੇ ਜਾ ਕੇ ਆਥਣ ਨੂੰ ਦੇਖਿਆ, ਪੁੱਛਿਆ ਮਹਾਤਮਾ ਨੂੰ, ਕਹਿਣ ਲੱਗੇ ਭਾਈ ਸਾਰਾ ਪਹਾੜ ਗਾਇਬ ਹੋ ਗਿਆ। ਕਹਿੰਦਾ ਦੇਖ ਲਾ ਹੁਣ ਉੱਥੇ। ਜਦੋਂ ਦੇਖਿਆ ਕਹਿੰਦਾ ਜੀ ਜਿੰਨੀ ਕੁ ਦਾਨ ਕੀਤੀ ਸੀ ਓਨੀ ਕੁ ਤਾਂ ਪਈ ਹੋਈ ਹੈ, ਉਨੀ ਕੁ ਰਹਿ ਗਈ। ਕਹਿੰਦੇ ਭਾਈ ਇਹ ਤਾਂ ਖਾਣੀ ਪਊਗੀ। ਕਹਿੰਦਾ ਇਹ ਕੀ ਕਾਰਨ ਹੋਇਆ, ਇਹ ਕਿਉਂ ਨਹੀਂ ਘਟੀ? ਉਹ ਕਹਿਣ ਲੱਗੇ ਭਾਈ ਇਹ ਕਾਰਨ ਇਹ ਹੋਇਆ ਵੀ ਇੱਕ ਰਾਮ ਭਗਤ ਹੈ ਨਾ ਜਿਹੜਾ ਪਰਮੇਸ਼ਰ ਦਾ ਭਗਤ, ਤੇਲੀ ਹੈ ਇਸ ਰਾਜ ਦੇ ਵਿੱਚ, ਤੇ ਉਹ ਜਿਹੜਾ ਤੇਲੀ ਰਾਮ ਭਗਤ ਹੈ ਨਾ, ਉਹਨੇ ਨਹੀਂ ਨਿੰਦਿਆ ਕੀਤੀ। ਉਹ ਬ੍ਰਹਮ ਗਿਆਨੀ ਆ, ਉਹਨੂੰ ਪਤਾ ਲੱਗ ਗਿਆ ਵੀ ਝੂਠੀ ਨਿੰਦਿਆ ਜੇ ਮੈਂ ਕਰੂੰ ਤਾਂ ਲਿੱਦ ਖਾਣੀ ਪਊ, ਬਾਕੀਆਂ ਨੇ ਤਾਂ ਲਿੱਦ ਤੇਰੀ ਖਾ ਲਈ ਨਿੰਦਿਆ ਕਰਕੇ, ਪਰ ਉਹਨੇ ਨਹੀਂ ਖਾਧੀ। ਉਹਨੂੰ ਪਤਾ, ਉਹਨੇ ਨਹੀਂ ਨਿੰਦਿਆ ਕੀਤੀ। ਜਾ ਉਹਦੇ ਕੋਲੋਂ ਵੀ ਜਾ ਕੇ ਨਿੰਦਿਆ ਕਰਵਾ ਲਾ, ਇਹ ਵੀ ਘਟ ਜੋ, ਪਰ ਜੇ ਉਹਨੇ ਨਿੰਦਿਆ ਨਾ ਕੀਤੀ ਫਿਰ ਤੈਨੂੰ ਖਾਣੀ ਪਊ। ਉਹ ਰਾਜਾ ਭੇਸ ਵਟਾ ਕੇ ਰਾਤ ਨੂੰ ਤੇਲੀ ਦੇ ਦੁਆਰੇ 'ਤੇ ਚਲਿਆ ਗਿਆ। ਤੇਲੀ ਦਾ ਜਾ ਕੇ ਕੁੰਡਾ ਖੜਕਾਇਆ ਰਾਜੇ ਅਜਨਾਬ ਨੇ। ਜਦੋਂ ਕੁੰਡਾ ਖੜਕਾਇਆ ਤੇ ਕਹਿਣ ਲੱਗਾ, ਤੇਲੀ ਅੰਦਰੋਂ ਕਹਿਣ ਲੱਗਾ ਵੀ ਕੌਣ ਹੈ? ਕਹਿੰਦਾ ਜੀ ਮੈਂ ਤਾਂ ਫਲਾਣਾ ਹੋਰ ਦਾ ਨਾਂ ਲੈਤਾ। ਕਹਿੰਦਾ ਇਸ ਵੇਲੇ ਕਾਹਦੇ ਵਾਸਤੇ ਆਇਆ? ਕਹਿੰਦਾ ਜੀ ਮੈਂ ਤਾਂ ਇਸ ਵੇਲੇ ਉਹ ਰਾਜੇ ਦੇ ਚਰਿੱਤਰ 'ਤੇ ਵਿਚਾਰ ਕਰਨ ਵਾਸਤੇ ਆਇਆ ਵੀ ਸਾਰੇ ਇੱਥੇ ਰਾਜਧਾਨੀ ਦੇ ਵਿੱਚ ਹਾਹਾਕਾਰ ਮੱਚ ਗਈ, ਉਹਨੇ ਤਾਂ ਕੰਮ ਹੀ ਪੁੱਠਾ ਕਰਤਾ। ਉਹ ਅੰਦਰੋਂ ਤੇਲੀ ਬ੍ਰਹਮ ਗਿਆਨੀ ਸੀ। ਉਹ ਕਹਿੰਦਾ ਕਿਉਂ ਆ ਜਨਾਬ, ਮੈਂ ਨਹੀਂ ਖਾਣੀ ਤੇਰੀ ਲਿੱਦ, ਮੈਂ ਨਹੀਂ ਤੇਰੀ ਨਿੰਦਿਆ ਕਰਨੀ, ਇਹ ਤੈਨੂੰ ਖਾਣੀ ਪੈਣੀ ਆ। ਇਹ ਮੈਂ ਨਹੀਂ ਤੇਰੀ ਨਿੰਦਿਆ ਕਰਨੀ, ਮੈਂ ਨਹੀਂ ਕਹਿਣਾ ਉਹ ਸ਼ਰਾਬੀ ਸੀ, ਉਹ ਕਾਮੀ ਸੀ, ਉਹ ਫਲਾਣਾ ਸੀ, ਮੈਂ ਕਿਉਂ ਤੇਰੀ ਲਿੱਦ ਖਾਵਾਂ, ਤੂੰ ਖਾ ਜਾ ਕੇ। ਇਸ ਤਰ੍ਹਾਂ ਨਾਲ ਜਦੋਂ ਤੇਲੀ ਨੇ ਨਿੰਦਿਆ ਨਾ ਕੀਤੀ ਤੇ ਬਿਨਾਂ ਦਰਵਾਜ਼ਾ ਖੋਲ੍ਹੇ ਤੋਂ ਅੰਦਰੋਂ ਹੀ ਜਵਾਬ ਦੇ ਕੇ ਰਾਜੇ ਅਜਨਾਬ ਨੂੰ ਮੋੜਿਆ, ਮੁੜਨਾ ਪਿਆ ਉਹਨੂੰ। ਜਦੋਂ ਮੁੜਨਾ ਪਿਆ ਨਾ ਤਾਂ ਸਾਧ ਸੰਗਤ ਜੀ ਫਿਰ ਰੋਂਦਾ ਹੀ ਆਪਦੇ ਘਰ ਨੂੰ ਆਇਆ, ਰੋਂਦਾ, ਅੱਖਾਂ ਦੇ ਵਿੱਚ ਹੰਝੂ, ਤੇ ਇਸ ਤਰ੍ਹਾਂ ਨਾਲ ਰੋਂਦਾ ਤੁਰਿਆ ਆਵੇ। ਕਹਿੰਦਾ ਵੀ ਇਹ ਲਿੱਦ ਦਾਨ ਕੀਤੀ ਹੋਈ। ਫੇਰ ਮਹਾਤਮਾ ਕੋਲ ਫੇਰ ਆਇਆ। ਜਦੋਂ ਮਹਾਤਮਾ ਨੂੰ ਕਿਹਾ ਕਿ ਮਹਾਰਾਜ ਉਹ ਤੇਲੀ ਨੇ ਨਿੰਦਿਆ ਨਹੀਂ ਕੀਤੀ, ਕਹਿੰਦੇ ਕਰਨੀ ਵੀ ਨਹੀਂ ਉਹਨੇ, ਬ੍ਰਹਮ ਗਿਆਨੀ ਆ ਉਹ, ਉਹਨੇ ਨਹੀਂ ਨਿੰਦਿਆ ਤੇਰੀ ਕਰਨੀ, ਕਿਉਂ ਕਰੇ, ਇਹ ਲਿੱਦ ਤੈਨੂੰ ਖਾਣੀ ਪਊ। ਤਾਂ ਕਹਿਣ ਲੱਗਾ ਫਿਰ ਹੁਣ ਮਹਾਰਾਜ ਕਿਵੇਂ ਖਾਵਾਂ? ਕਹਿੰਦੇ ਭਾਈ ਹੁਣ ਇਸ ਤਰ੍ਹਾਂ ਕਰ ਲਾ ਵੀ ਇਹਨੂੰ 100 ਵਾਰੀ ਗੰਗਾ ਦੇ ਪਾਣੀ 'ਚ ਭਿਉਂ ਕੇ ਧਵਾ ਲਾ, ਧਵਾ ਕੇ ਇਹਨੂੰ ਕੱਪੜ ਛਾਣ ਕਰਾ ਕੇ ਜਿਹੜੇ ਵਿੱਚੋਂ ਇਹਦੇ ਸਮੈਲ ਨਿਕਲ ਕੇ ਤੇ ਡੱਕੇ ਬਚ ਜਾਣਗੇ, ਤੇ ਉਹ ਡੱਕਿਆਂ ਨੂੰ ਜਵੈਣ, ਸੌਂਫ, ਲੌਂਗ, ਇਲਾਇਚੀਆਂ ਤੇ ਇਹਦੇ ਵਿੱਚ ਮਸਾਲੇ ਦੇ ਕਟਾ ਕੇ ਕਾਲਾ ਲੂਣ ਮਿਸ਼ਰੀ ਪਵਾ ਕੇ ਚੂਰਨ ਬਣਾ,
ਉਹਨੇ ਇਸੇ ਤਰ੍ਹਾਂ ਕੀਤਾ। 100 ਵਾਰੀ ਗੰਗਾ ਦੇ ਪਾਣੀ 'ਚ ਡਬੋ ਕੇ ਧਵਾ ਕੇ ਉਹਦੇ ਵਿੱਚੋਂ ਫਿਰ ਵੀ ਚਵਾਨੀ ਭਰ ਜਿਹੜੀ ਰਹਿ ਗਈ ਸੀਗੀ ਤਾਂ ਲੱਦੀ ਉਹਦੇ ਘੋੜਿਆਂ ਦੇ ਪੇਟ ਦੇ ਵਿੱਚ ਦੀ ਹੋ ਕੇ ਆਈ ਸੀਗਾ ਤਾਂ ਘਾਹ। ਇਸ ਤਰ੍ਹਾਂ ਉਹ ਘਾਹ ਦੇ ਡੱਕੇ ਜਿਹੜੇ ਰਹਿ ਗਏ ਉਹਨਾਂ ਨੂੰ ਚੂਰਨ ਦੇ ਵਿੱਚ ਮਿਲਾ ਕੇ ਕਟਾ ਕੇ ਚੂਰਨ ਜਦੋਂ ਬਣਾ ਲਿਆ ਉਹ ਫਿਰ 100 ਗ੍ਰਾਮ ਦੇ ਕਰੀਬ ਬਣ ਗਿਆ। ਜਦੋਂ 100 ਗ੍ਰਾਮ ਬਣ ਗਿਆ ਤਾਂ ਹੁਣ ਰਾਜਾ ਅਜਨਾਬ ਰੋਜ਼ ਸੋਚਦਾ ਬਈ ਰੋਟੀ ਖਾ ਕੇ ਲਵਾਂ ਕਿ ਰੋਟੀ ਤੋਂ ਪਹਿਲਾਂ ਲਵਾਂ, ਰੋਟੀ ਖਾ ਕੇ ਲਵਾਂ ਕਿ ਰੋਟੀ ਤੋਂ ਪਹਿਲਾਂ ਲਵਾਂ। ਤੇ ਹੁਣ ਉਹਨੂੰ ਲੈਣਾ ਪੈਣਾ ਹੀ ਹੈ ਕਿਉਂਕਿ ਉਹ ਖਾਧੇ ਬਿਨਾਂ ਉਹਨੂੰ ਅਗਲੇ ਲੋਕ ਦੇ ਵਿੱਚ ਫਿਰ ਡੰਨ ਲੱਗਣਾ। ਉਹ ਕਹਿੰਦਾ ਇਹ ਡੰਨ ਇੱਥੇ ਹੀ ਮੁਕਾਵਾਂ ਮੈਂ ਮਹਾਤਮਾ ਦੀ ਜੁਗਤੀ ਅਨੁਸਾਰ, ਕਿਤੇ ਫਿਰ ਹੋਰ ਨਾ ਲਿੱਦ ਵੱਧ ਜਾਵੇ ਕੀਤਾ ਹੋਇਆ ਦਾਨ। ਤਾਂ ਰੋਟੀ ਖਾ ਕੇ ਰੋਟੀ ਤੋਂ ਬਾਅਦ ਰੋਜ਼ ਉਹ ਚੂਰਨ ਖਾਂਦਾ ਤੇ ਰੋਜ਼ ਰੋਂਦਾ, ਰੋਜ਼ ਚੂਰਨ ਖਾਂਦਾ ਤੇ ਰੋਜ਼ ਰੋਂਦਾ। ਕਹਿੰਦਾ ਮੈਂ ਮੋਤੀ ਖਾਣ ਵਾਲਾ ਹੰਸ ਤੇ ਮੈਨੂੰ ਅੱਜ ਕਾਂ ਦੀ ਤਰ੍ਹਾਂ ਇਹ ਲਿੱਦ ਖਾਣੀ ਪਈ, ਕਿਉਂਕਿ ਲਿੱਦ ਕਾਂ ਖਾਂਦਾ ਹੈ। ਕਾਹਦੇ ਵਾਸਤੇ? ਕੀਤੀ ਹੋਈ ਕਰਨੀ ਦਾ ਸੰਤਾਪਤ ਫਲ ਭੁਗਤਣਾ ਪਿਆ ਰਾਜੇ ਅਜਨਾਬ ਨੂੰ। ਜਿਹੜੀ ਕੀਤੀ ਸੀ ਜੈਸੀ ਕਰਨੀ ਵੈਸੀ ਭਰਨੀ। ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਤੇ ਹੀ ਕਹਿੰਦੇ ਹਨ ਕਿ ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਕਹਿੰਦੇ ਇਹੋ ਜਿਹੀ ਭਾਈ ਫਿਰ ਦਰਗਾਹ ਦੀ ਸਜ਼ਾ ਮਿਲਦੀ ਆ। ਜੇ ਕਿਸੇ ਮਹਾਤਮਾ ਨਾਲ ਮਸ਼ਕਰੀ ਕਰਾਂਗੇ ਤਾਂ ਫਿਰ ਉਹਦਾ ਦੰਡ ਦੇਖ ਲਓ, ਵੱਡਿਆਂ ਵੱਡਿਆਂ ਨੂੰ ਭੁਗਤ ਕੇ ਰੋਣਾ ਪਿਆ ਤੇ ਆਪਾਂ ਤਾਂ ਕਿਹੜੇ ਬਾਗ ਦੀ ਮੂਲੀ ਹਾਂ। ਰੋਵੈ ਰਾਮ ਨਿਕਾਲਾ ਭਇਆ। ਕਹਿੰਦੇ ਰਾਮ ਵੀ ਰੋਣ ਲੱਗਾ ਜਦੋਂ ਰਾਜ ਦੇ ਵਿੱਚੋਂ ਕੱਢ ਦਿੱਤਾ। ਉਸ ਵੇਲੇ ਬੜੇ ਕਸ਼ਟ ਝੱਲਣੇ ਪਏ ਹਨ। ਸੀਤਾ ਲਖਮਣ ਵਿਛੜ ਗਿਆ। ਕਹਿੰਦੇ ਸੀਤਾ ਲక్ష్మణ ਦਾ ਵੀ ਵਿਛੋੜਾ ਹੋ ਗਿਆ, ਅਯੁੱਧਿਆ ਦਾ ਵੀ ਵਿਛੋੜਾ ਹੋ ਗਿਆ। ਰੋਵੈ ਦਹਿਸਰ ਲੰਕ ਗਵਾਏ। ਤੇ ਕਹਿੰਦੇ ਜਿਹੜਾ ਲੰਕਾ ਦਾ ਪਤੀ ਰਾਵਣ ਇਹ ਵੀ ਜਿਹੜਾ ਹੈ ਜਿਵੇਂ ਕਹਿੰਦੇ ਪੰਡਤ ਰੋਵੈ ਗਿਆਨ ਗਵਾਏ। ਜਿਹੜੇ ਪੰਡਤ ਨੇ ਗਿਆਨ ਗਵਾ ਕੇ ਵੇਦ ਪੜ੍ਹੇ ਪੜ ਪੰਡਤ ਮੂਹੇ, ਰੂਪ ਦੇਖ ਦੇਖ ਨਾਰੀ ਉਹ ਵੀ ਰੋਂਦੇ ਆ, ਰੂਪ ਦੇਖਣ ਵਾਲੇ ਵੀ ਰੋਂਦੇ ਆ, ਵੇਦ ਪੜ੍ਹੇ ਵਾਲੇ ਵੀ ਰੋਂਦੇ ਆ। ਤੇ ਇਸ ਤਰ੍ਹਾਂ ਨਾਲ ਪੰਡਤ ਰੋਵੈ ਗਿਆਨ ਗਵਾਏ। ਜਿਹੜਾ ਇਹ ਦਹਿਸਰ ਰਾਵਣ ਸੀ ਬੜਾ ਵੱਡਾ ਪੰਡਤ ਸੀ, 4 ਵੇਦਾਂ ਦਾ ਇਹਨੇ ਟੀਕਾ ਵੀ ਕਰਨਾ ਕੀਤਾ ਹੈ। ਤੇ ਕਹਿੰਦੇ ਜਦੋਂ ਸਾਰਾ ਗਿਆਨ ਨਾਸ ਹੋ ਕੇ ਪਰਦਾ ਵੱਜ ਗਿਆ ਮੱਤ ਦੇ ਉੱਪਰ ਉਲਟਾ ਠੀਕ ਰਾ, ਤੇ ਸਾਰੇ 10 ਸਿਰਾਂ ਦੀ ਅਕਲ ਹੈ ਜਿਹੜੀ ਉਹ ਗਵਾਉਣੀ ਪਈ। ਕਈ ਸੋਚਦੇ ਵੀ ਉਹਦੇ 10 ਸਿਰ ਲੱਗੇ ਹੋਣੇ ਆ, 10 ਸਿਰ ਲੈ ਕੇ ਬਾਹਰ ਚੱਲਦਾ ਕਿਵੇਂ ਹੋਊ? ਆਪਣੇ 2 ਹੀ ਲੱਗੇ ਹੋਣ ਤੇ ਖਾਵਾਂਗੇ ਕਿਹੜੇ ਵਿੱਚ ਦੀ, ਨਹਾਵਾਂਗੇ ਕਿਹੜਾ, ਨਵਾਵਾਂਗੇ ਕਿਹੜਾ, ਪਾਵਾਂਗੇ। ਜਿਨ੍ਹਾਂ ਦੇ 2 ਸਰੀਰ ਜੁੜੇ ਹੁੰਦੇ ਆ ਤੇ ਉਹਨਾਂ ਨੂੰ ਪਤਾ ਕਿੰਨਾ ਕਸ਼ਟ। ਅੰਮ੍ਰਿਤਸਰ ਦੇ ਵਿੱਚ ਇੱਕ ਦਾ ਸਰੀਰ ਜੁੜਿਆ ਹੋਇਆ ਸੀ ਤੇ ਸਾਧ ਸੰਗਤ ਜੀ ਉਹ ਕੀ ਕੀਤਾ ਨਾ, ਸਰਕਾਰ ਨੇ ਉਹਦੀਆਂ ਵੋਟਾਂ ਤਾਂ 2 ਬਣਾਤੀਆਂ। ਸਰੀਰ ਸਿਰ 2 ਸੀਗੇ ਨਾ, ਵੋਟਾਂ ਤਾਂ 2 ਬਣਾਤੀਆਂ। ਵੋਟਾਂ 2 ਪਵਾ ਲਈਆਂ। ਜਦੋਂ ਨੌਕਰੀ ਦੇਣ ਦਾ ਕੰਮ ਆਇਆ ਨੌਕਰੀ 1 ਦਿੱਤੀ। ਕਹਿੰਦੇ ਨੌਕਰੀ 1 ਦੇਵਾਂਗੇ। ਦੇਖੋ ਚਲਾਕੀ ਵੀ ਨੌਕਰੀਆਂ ਵੀ ਹੁਣ 2 ਦਿਓ ਇਹਨਾਂ ਨੂੰ, ਜਦੋਂ ਵੋਟਾਂ 2 ਨੇ ਇਹਨਾਂ ਦੀਆਂ। ਕਹਿੰਦੇ 1 ਜੁੜਿਆ ਹੋਇਆ ਉੱਥੇ ਆ ਕੇ ਮੁੱਕਰ ਗਏ। ਕਹਿੰਦੇ 1 ਜੁੜਿਆ ਹੋਇਆ 1 ਨੌਕਰੀ ਮਿਲੂਗੀ ਤੇ ਵੋਟਾਂ ਉਹਦੀਆਂ 2 ਭੁਗਤਾ ਲਈਆਂ। ਇਸ ਤਰ੍ਹਾਂ ਨਾਲ 10 ਸਿਰ, ਕਹਿੰਦੇ 10 ਸਿਰਾਂ ਜਿੰਨੀ ਜਿਹੜੀ ਉਹਦੇ ਵਿੱਚ ਅਕਲ ਸੀ। ਤੇ ਆਪਣੇ 1 ਸਿਰ ਜਿੰਨੀ ਵੀ ਨਹੀਂ ਹੁੰਦੀ, ਜਿੰਨੀ ਹੁੰਦੀ ਆ ਉਹ ਵੀ ਗਵਾ ਲੈਂਦੇ ਆ। ਉਹਦੇ 10 ਸਿਰ ਇੰਨਾ ਇੰਟੈਲੀਜੈਂਟ ਸੀਗਾ। ਪਰ ਕਹਿੰਦੇ ਰੋਵੈ ਦਹਿਸਰ ਲੰਕ ਗਵਾਏ। ਤੇ ਕੋਈ ਵੀ ਉਹਦਾ ਗਿਆਨ ਪੰਡਤਊ ਪੁਣਾ ਸ਼ਸਤਰ ਵਿਦਿਆ ਹੰਕਾਰ ਦੇ ਅਯੋਗ ਔਗਣ ਕਰਕੇ ਕਹਿੰਦੇ ਕੰਮ ਨਹੀਂ ਆਇਆ। ਸਾਰੀ ਲੰਕਾ ਅੱਗ ਲਵਾ ਕੇ ਸੜਵਾ ਲਈ। ਤੇ ਇਸ ਤਰ੍ਹਾਂ 10 ਸਿਰਾਂ ਦੀ ਅਕਲ ਗਵਾ ਕੇ ਖਾਲੀ ਹੋਇਆ ਲੰਕਾ ਖੁਹਾ ਕੇ। ਤੇ ਕਹਿੰਦੇ ਰਾਵਣ ਵੀ ਰੋਂਦਾ ਗਿਆ। ਜਿਨ ਸੀਤਾ ਆਂਦੀ ਡੌਰੂ ਵਾਏ। ਜਿਹਨੇ ਸੀਤਾ ਭਾਵ ਮਾਇਆ ਨੂੰ ਇੰਨੀ ਅਕਲ ਸੀ, ਡੁਗਡੁਗੀ ਛੁੰਛਣਾ ਵਜਾ ਕੇ ਹੀ ਲੈ ਆਉਂਦਾ ਸੀਗਾ ਚੱਕ ਕੇ। ਜਿਹੜੇ ਰਾਵਣ ਇੰਨੀ ਅਕਲ ਸੀ, ਇੰਨੀ ਪਾਵਰ ਸੀ, ਨਹੀਂ ਮਾਇਆ ਨੂੰ ਕੌਣ ਲਿਆ ਸਕਦਾ ਸੀ, ਸੀਤਾ ਨੂੰ ਕੌਣ ਚੱਕ ਸਕਦਾ ਸੀ? ਕੋਈ ਨਹੀਂ ਸੀ ਲਿਆ ਸਕਦਾ। ਉੱਥੇ ਧਨੁਸ਼ ਹੀ ਨਹੀਂ ਸੀ ਜਦੋਂ ਤੋੜ ਸਕਿਆ ਰਾਜੇ ਜਨਕ ਦੇ ਸਵੰਬਰ ਦੇ ਵਿੱਚ ਰਾਵਣ। ਤੇ ਸੀਤਾ ਨੂੰ ਕੀ ਉਹ ਕਰ ਸਕਦਾ ਸੀ? ਸੀਤਾ ਕਹਿੰਦੇ ਖੱਬੇ ਹੱਥ ਨਾਲ ਚੱਕ ਕੇ ਰੋਜ਼ ਧਨੁਸ਼ ਨੂੰ ਧੂਫ ਬੱਤੀ ਕਰਦੀ ਸੀਗੀ, ਇੰਨੀ ਪਾਵਰ ਸੀ ਸੀਤਾ ਦੇ ਵਿੱਚ। ਪਰ ਕਹਿੰਦੇ ਇਹ ਜਿਹੜੀ ਡੌਰੂ ਵਜਾ ਕਰਕੇ ਅਕਲ ਬੁੱਧ ਬਲ ਨਾਲ ਲੈ ਆਇਆ ਸੀ, ਉਹ ਵੀ ਕਹਿੰਦੇ ਉਹਨੂੰ ਰੋਣਾ ਪਿਆ ਹੈ। ਰੋਵੈ ਪਾਂਡਵ ਭਏ ਮਜੂਰ। ਤੇ ਕਹਿੰਦੇ ਪਾਂਡਵ ਵੀ ਜਿਹੜੇ, ਜਦੋਂ ਇਹਨਾਂ ਨੂੰ ਵੀ ਬਨਵਾਸ 13 ਸਾਲ ਦਾ ਦੇਣਾ ਕੀਤਾ ਸੀ ਦੁਰਯੋਧਨ ਵਰਗਿਆਂ ਨੇ ਕਿ ਦਿਖਣ ਨਾ, ਫਿਰ ਲਾਖ ਦੇ ਮੰਦਰ ਚ ਵਾੜ ਦਿੱਤੇ ਕਿ ਸਾੜ ਕੇ ਮਾਰ ਦਈਏ। ਤੇ ਫਿਰ ਜਾ ਕਰਕੇ ਪੰਜਾਂ ਨੂੰ ਮਜ਼ਦੂਰ ਬਣਨਾ ਪਿਆ।
ਅੱਡ ਅੱਡ ਰੂਪ, ਕਿਸੇ ਨੂੰ ਨੈਣ ਦਾ ਧਾਰਨਾ ਪਿਆ, ਕਿਸੇ ਨੂੰ ਰਸੋਈਏ ਦਾ, ਕਿਸੇ ਨੂੰ ਹੀਜੜੇ ਦਾ, ਕਿਸੇ ਨੂੰ ਕਾਸੇ ਦਾ, ਕਿਸੇ ਨੂੰ ਕਾਸੇ ਦਾ। ਤੇ ਇਸ ਤਰ੍ਹਾਂ ਜਿਹੜੇ ਸਰੂਪ ਵਟਾ ਕਰਕੇ ਬਨਵਾਸ ਪੂਰਾ ਕਰਦੇ ਫਿਰਦੇ ਅਰਜਨ, ਨਕਲ, ਸਹਿਦੇਵ, ਯੁਧਿਸ਼ਟਰ ਤੇ ਭੀਮ, ਇਹਨਾਂ ਨੂੰ ਵੀ ਕਹਿੰਦੇ ਰੋਣਾ ਪਿਆ। ਕਿਉਂ? ਜਿਨ ਕੇ ਸੁਆਮੀ ਰਹਿਤ ਹਦੂਰ, ਕਿਉਂਕਿ ਸ਼ਰਾਬ ਪੀ ਕੇ ਜੂਆ ਖੇਡੀ ਸੀ, ਜੂਆ ਖੇਡ ਕੇ ਦ੍ਰੋਪਦੀ ਨੂੰ ਹਾਰਿਆ ਸੀ ਤੇ ਭਗਵਾਨ ਉਦੋਂ ਵੀ ਕੋਲ ਹੀ ਸੀ। ਜੇ ਕਿਤੇ ਗੁਰੂ ਗੋਬਿੰਦ ਸਿੰਘ ਉੱਥੇ ਹੁੰਦੇ ਉਸ ਵੇਲੇ ਸਮੇਤ ਕ੍ਰਿਸ਼ਨ ਦੇ ਸਾਰਿਆਂ ਦਾ ਸਿਰ ਵੱਢ ਦਿੰਦੇ ਵੀ ਆਹ ਕੀ ਕਰਦੇ ਹੋ ਤੁਸੀਂ, ਭਗਵਾਨ ਹੋ ਕੇ ਸ਼ਰਾਬ ਪੀ ਕੇ ਜੂਆ ਖੇਡਦੇ ਹੋ, ਤੀਵੀਂ ਨੂੰ ਦਾਤੇ ਲਾਈ ਜਾਂਦੇ ਹੋ। ਜੇ ਕਿਤੇ ਗੁਰੂ ਨਾਨਕ ਹੁੰਦਾ ਤਾਂ ਜ਼ਰੂਰ ਉੱਥੇ ਆਪਣੇ ਉਹਨਾਂ ਧਰਮਾਚਾਰੀਆਂ ਨੂੰ, ਦਰੋਣਾਚਾਰੀਆਂ ਨੂੰ, ਭੀਸ਼ਮ ਪਿਤਾਮਾ ਨੂੰ ਜ਼ਰੂਰ ਰੋਕਦਾ, ਜ਼ਰੂਰ ਕੋਈ ਸ਼ਬਦ ਉਚਾਰਦਾ ਵੀ ਆਹ ਕੀ ਕਰਦੇ ਹੋ ਭਲੇ ਪੁਰਸ਼ੋ, ਆਹ ਭਗਵਾਨ ਦਾ ਕੰਮ ਹੈ, ਆਹ ਨਿਸ਼ਟਾਚਾਰੀਆ ਦਾ ਕੰਮ ਹੈ। ਪਰ ਉਹਨਾਂ ਨੇ ਜਿਹੋ ਜਿਹਾ ਚੰਗਾ ਲੱਗਾ ਕੀਤਾ ਭਗਵਾਨ ਹੋ ਕੇ ਵੀ, ਕਿਉਂਕਿ ਭਗਵਾਨ ਨੂੰ ਖੁੱਲ੍ਹ ਹੈ, ਭਗਵਾਨ ਦੇ ਨਾਂ 'ਤੇ ਬੜਾ ਕੁਛ ਲੁਕ ਜਾਂਦਾ, ਭਗਵਾਨ ਦੇ ਨਾਂ 'ਤੇ ਬੜੀ ਜਿਹੜੀ ਫੈਸਿਲਿਟੀ ਹੈ। ਤਾਂ ਇਸ ਤਰ੍ਹਾਂ ਨਾਲ ਕੁਕਰਮ ਕੀਤਾ ਸੀ। ਕੁਕਰਮ ਦਾ ਫਲ ਜਦੋਂ ਫਿਰ ਇਹਨਾਂ ਨੂੰ ਜੂਆ 'ਚ ਹਾਰ ਕੇ ਸਭ ਕੁਝ ਭੁਗਤਣਾ ਪਿਆ, ਫਿਰ ਕਹਿੰਦੇ ਸੁਆਮੀ ਕ੍ਰਿਸ਼ਨ ਵੀ ਵਿਚਾਰਾ ਕੰਮ ਨਾ ਆਇਆ, ਉਹ ਵੀ ਬਨਵਾਸ ਤੋਂ ਇਹਨਾਂ ਨੂੰ ਹੀਜੜੇ ਤੇ ਨਾਚੇ ਬਣਨ ਤੋਂ ਰੋਕ ਨਾ ਸਕਿਆ। ਜਦੋਂ ਜਾ ਜਾ ਕੇ ਰਾਜੇ ਵਿਰਾਟ ਵਰਗਿਆਂ ਦੇ ਨੌਕਰੀਆਂ ਕਰਨੀਆਂ ਪਈਆਂ ਇਹਨਾਂ ਨੂੰ, ਤੇ ਕਹਿੰਦੇ ਫੇਰ ਰੋਂਦੇ ਹੋਏ ਯਾਦ ਕਰਦੇ ਸੀ ਕਿਸ ਗੱਲ ਨੂੰ? ਕਹਿੰਦੇ ਜੇ ਸ਼ਰਾਬ ਨਾ ਪੀਂਦੇ, ਜੇ ਜੂਆ ਨਾ ਖੇਡਦੇ, ਜੇ ਦ੍ਰੋਪਦੀ ਨੂੰ ਨਾ ਲਾਉਂਦੇ ਦਾਅ ਤੇ, ਕਹਿੰਦੇ ਆਪਣਾ ਆਹ ਹਾਲ ਨਾ ਹੁੰਦਾ। ਕਹਿੰਦੇ ਆਪਣੇ ਕ੍ਰਿਸ਼ਨ ਵੀ ਨਹੀਂ ਕੰਮ ਆਇਆ। ਕਹਿੰਦੇ ਕ੍ਰਿਸ਼ਨ ਕਿੱਥੋਂ ਕੰਮ ਆਊਗਾ, ਤੁਸੀਂ ਕੰਮ ਨਹੀਂ ਚੰਗਾ ਕੀਤਾ, ਕ੍ਰਿਸ਼ਨ ਨੇ ਵੀ ਨਹੀਂ ਰੋਕਿਆ। ਇਸ ਕਰਕੇ ਕਹਿੰਦੇ ਇਹਨਾਂ ਨੂੰ ਵੀ ਰੋਣਾ ਪਿਆ ਹੈ। ਰੋਵੈ ਜਨਮੇਜਾ ਖੋਏ ਗਿਆ। ਕਹਿੰਦੇ ਜਨਮੇਜਾ ਰਾਜਾ ਜਿਹੜਾ, ਇਹਦਾ ਤਾਂ ਤੁਹਾਨੂੰ ਪਤਾ, ਪ੍ਰੀਸ਼ਤ ਤੇ ਜਨਮੇਜਾ, ਜਨਮੇਜੇ ਦਾ ਪੁੱਤਰ ਸੀ ਪ੍ਰੀਸ਼ਤ, ਪ੍ਰੀਸ਼ਤ ਦਾ ਜਿਹੜਾ ਪਿਤਾ ਸੀ ਜਨਮੇਜਾ, ਤੇ ਜਨਮੇਜਾ ਜਿਹੜਾ ਕਹਿੰਦੇ ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ, ਤਿੰਨ ਕਰ ਜੱਗ 18 ਘਾਏ ਕੀਰਤਨਾ ਚੱਲੇ ਚਲਾਇਆ। ਰਾਜੇ ਜਨਮੇਜੇ ਨੇ ਇੱਕ ਦਿਨ ਕਹਿੰਦਾ ਨਾ ਵੇਦ ਵਿਆਸ ਜੀ ਕੋਲ ਜਾ ਕੇ, ਕਹਿੰਦਾ ਜੀ ਸਾਡੇ ਵੱਡਿਆਂ ਪੰਜਾਂ ਪਾਂਡਵਾਂ ਨਾਲ ਤਾਂ ਭਗਵਾਨ ਆਪ ਰਹਿੰਦੇ ਸੀ, ਉਹਨਾਂ ਨੂੰ ਫਿਰ ਐਡਾ ਸੰਕਟ ਕਿਉਂ? ਮਹਾਭਾਰਤ 'ਚੋਂ ਸਾਰਾ ਹੀ ਖਾਤਮਾ ਹੋ ਗਿਆ, 7 ਕਰੋੜ ਦੇ ਕਰੀਬ ਬੰਦਾ ਮਰ ਗਿਆ ਸੀ ਮਹਾਭਾਰਤ ਦੇ ਜੰਗ ਦੇ ਵਿੱਚ। 7 ਕਰੋੜ ਬੰਦਾ ਜਿਹੜਾ ਮਰ ਗਿਆ ਸੀ ਦੋਨਾਂ ਤਰਫਾਂ ਦਾ, ਐਡਾ ਵੱਡਾ ਜੰਗ। ਕਹਿੰਦਾ ਇੰਨਾ ਨਾਸ ਹੋ ਗਿਆ। ਫਿਰ 56 ਕਰੋੜ ਯਾਦਵ, ਉਹ ਵੀ ਕ੍ਰਿਸ਼ਨ ਦੇ ਜਿਹੜੇ ਸਨ 56 ਕਰੋੜ ਯਾਦਵ, ਤੇ ਉਹ ਵੀ ਸ਼ਰਾਬ ਪੀਣੇ ਕਰਕੇ ਵਿਨਾਸ਼ ਹੋਏ। ਤੇ ਜਿਹੜਾ ਵੇਦ ਵਿਆਸ ਸੀ ਉਹ ਇਹ ਗੱਲ ਕਹਿ ਕੇ ਸੁਣ ਕੇ ਕਹਿਣ ਲੱਗਾ ਕਿ ਭਾਈ ਚੱਲ ਉਹਨਾਂ ਨੂੰ ਤਾਂ ਨਹੀਂ ਪਤਾ ਹੋਣਾ, ਅਸੀਂ ਤੇਰੇ ਨਾਲ ਬਾਹਲਾ ਕੀ ਮੱਥਾ ਮਾਰਨਾ, ਲੈ ਤੈਨੂੰ ਹੁਣ ਸਾਰਾ ਕੁਝ ਦੱਸਦੇ ਆ, ਤੂੰ ਹੋਣੀ ਤੋਂ ਬਚ ਕੇ ਦਿਖਾ। ਸਾਰੀ ਗੱਲ ਦੱਸ ਦਿੱਤੀ। ਕਹਿੰਦੇ ਆਹ ਹੋਣਾ ਭਾਈ, ਤੇ ਫੇਰ ਤੋਂ ਅਸਮੇਧ ਜੱਗ ਨਾ ਕਰੀ। ਜੇ ਸਾਰੇ ਭਾਣੇ ਵਰਤ ਜਾਣ ਤੇ ਇਸ ਭਾਣੇ ਤੇ ਆ ਕੇ ਅਸਮੇਧ ਜੱਗ ਤੋਂ ਰੁਕ ਜਾਈ, ਨਹੀਂ ਤਾਂ ਸਾਰਾ ਤੇਰਾ ਕੰਮ ਖਰਾਬ ਹੋ ਜਾਣਾ। ਕਹਿੰਦੇ ਸੁਣ ਕਰਕੇ ਆ ਗਿਆ। ਵੇਦ ਵਿਆਸ ਨੇ ਕਿਹਾ ਸੀ ਬਈ ਚੱਟਾ ਘੋੜਾ ਨਾ ਖਰੀਦੀ। ਤੇ ਇਸ ਤਰ੍ਹਾਂ ਨਾਲ ਕਹਿੰਦੇ ਕਿਤੇ ਜੰਗ ਹੋਇਆ ਰਾਜੇ ਜਨਮੇਜੇ ਦਾ, ਘੋੜਿਆਂ ਦੇ ਫੌਜ ਘੋੜਸਵਾਰ ਬਾਹਲੀ ਮਰ ਗਈ। ਤੇ ਉਹ ਸੈਨਾਪਤੀ ਨੇ ਆ ਕੇ ਦੱਸਿਆ ਵੀ ਮਹਾਰਾਜ ਘੋੜਸਵਾਰ ਫੌਜ ਦਾ ਬਹੁਤ ਨੁਕਸਾਨ ਹੋ ਗਿਆ, ਬਈ ਕੋਈ ਸੌਦਾਗਰ ਘੋੜੇ ਵੇਚਣ ਆਇਆ ਤੇ ਆਪਾਂ ਲੈ ਲਈਏ, ਕੋਈ ਘੋੜਾ ਕੋਈ ਘੋੜੀ ਲੈ ਲਈਏ। ਤਾਂ ਉਸ ਵੇਲੇ ਰਾਜਾ ਕਹਿੰਦਾ ਠੀਕ ਹੈ ਮੈਂ ਦੇਖਦਾ, ਲਿਆਓ ਸਾਰੇ ਨਿਗਾਹ ਦੇ ਵਿੱਚ। ਪਾਰਖੂ ਸੀਗਾ, ਉਹ ਘੋੜੇ ਘੋੜੀਆਂ ਉਹਦੀ ਨਿਗਾਹ ਦੇ ਮੂਹਰੇ ਦੀ ਕੱਢਣ ਲੱਗੇ। ਤੇ ਕਹਿੰਦੇ ਜਿਹੜੇ ਫਿੱਟ ਅਨਫਿੱਟ ਸਨ ਇਸ਼ਾਰਾ ਕਰੀ ਗਿਆ ਵੀ ਆਹ ਰੱਖ ਲਓ, ਆਹ ਰਹਿਣ ਦਿਓ, ਆਹ ਰੱਖ ਲਓ, ਆਹ ਰਹਿਣ ਦਿਓ। ਇਸ ਤਰ੍ਹਾਂ ਕਰਦਾ 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 ਤੇ ਜਿਹੜੀ ਉਹ ਕਾਲੇ ਰੰਗ ਦੀ ਘੋੜੀ ਸੀ ਨਾ, ਉਹ ਆ ਗਈ ਜਿਹੜੀ ਉਹਦੀ ਮੌਤ ਦਾ ਸੂਚਨਾ ਬਣਨੀ ਸੀ। ਜਦੋਂ ਸਾਹਮਣੇ ਆਈ ਕਹਿੰਦਾ ਲਿਆਓ, ਫਿੱਟ ਹੈ, ਠੀਕ ਹੈ। ਕਹਿੰਦੇ ਰੱਖ ਲਈ ਉਹਨਾਂ ਨੇ। ਤਾਂ ਹੁਣ ਜਿਹੜਾ ਵੇਦ ਵਿਆਸ ਦਾ ਬਚਨ ਸੀ ਉਹ ਫੇਰ ਯਾਦ ਨਾ ਕੀਤਾ, ਭੁੱਲ ਗਿਆ ਬਈ ਇਹ ਤਾਂ ਨਹੀਂ ਖਰੀਦਣੀ ਸੀ। ਹੁਣ ਕੁਛ ਕੁ ਦਿਨ ਬਤੀਤ ਹੋਏ ਤੇ ਉਹ ਸੈਨਾਪਤੀ ਆ ਕੇ ਕਹਿੰਦਾ ਜੀ ਘੋੜੀ ਦਾ ਬੜਾ ਕੱਦ ਹੈ, ਬਈ ਇਹ ਬਹੁਤ ਸਾਰਿਆਂ ਤੋਂ ਨਸਲ ਬਹੁਤ ਵਧੀਆ, ਤੇ ਤੁਸੀਂ ਸਵਾਰੀ ਕਰੋ। ਉਸ ਵੇਲੇ ਕਾਠੀ ਪਵਾ ਲਈ, ਲਗਾਮਾਂ ਕਸਾ ਲਈਆਂ, ਖੁਰਗੀਨ ਕਸਾ ਲਈ, ਤੇ ਰਾਜਾ ਜਨਮੇਜਾ ਉੱਤੇ ਸਵਾਰ ਹੋ ਕੇ ਚਲਿਆ ਗਿਆ। ਹੁਣ ਵੇਦ ਵਿਆਸ ਦੇ ਬਚਨ ਨੂੰ ਯਾਦ ਹੀ ਨਾ ਕੀਤਾ ਵੀ ਉਹਨੇ ਕਿਹਾ ਸੀ ਇਹ ਤੇ ਨਾ। ਫਿਰ ਉਹਨੇ ਕਿਹਾ ਸੀ 3 ਦਿਸ਼ਾ ਘੁੰਮ ਲਈ, 1 ਦਿਸ਼ਾ ਨਾ ਜਾਈ। 3 ਦਿਸ਼ਾ ਜਦੋਂ ਘੁੰਮ ਲਈਆਂ ਤੇ ਹੁਣ ਚੇਤਾ ਭੁਲਾ ਦਿੱਤਾ। ਕਹਿੰਦਾ ਆਹ ਦਿਸ਼ਾ ਵੀ ਥੋੜ੍ਹੀ ਜਿਹੀ ਜਾ ਕੇ ਦੇਖ ਲਵਾਂ। ਜਦੋਂ ਥੋੜ੍ਹੀ ਜਿਹੀ ਉੱਤੇ ਭਜਾ ਕੇ ਘੋੜੀ ਤੇ ਚੌਥੀ ਦਿਸ਼ਾ ਵੱਲ ਨੂੰ ਗਿਆ
ਤਾਂ ਐਸੀ ਊਂ ਗਾਈ। ਇੱਕ ਸਰੋਵਰ ਦੇ ਕਿਨਾਰੇ ਤੇ ਘੋੜੀ ਨੂੰ ਦਰਖਤ ਨਾਲ ਮਾੜੀ ਜੀ ਲਗਾਮ ਢਿੱਲੀ ਜੀ ਬੰਨ੍ਹ ਦਿੱਤਾ ਤੇ ਆਪ ਆਰਾਮ ਕਰਨ ਵਾਸਤੇ ਲੱਗ ਗਿਆ। ਜਦੋਂ ਆਰਾਮ ਕਰਨ ਲੱਗਾ ਐਸੀ ਊਂ ਗਾਈ ਤੇ ਪਾਣੀ ਦੇ ਵਿੱਚੋਂ ਦਰਿਆਈ ਘੋੜਾ ਨਿਕਲਿਆ। ਉਹਨੇ ਘੋੜੀ ਦੇ ਨਾਲ ਸੰਗ ਕਰ ਲਿਆ। ਜਦੋਂ ਸੰਗ ਕਰ ਲਿਆ ਰਾਜੇ ਨੂੰ ਕੋਈ ਪਤਾ ਨਹੀਂ। ਜਦੋਂ ਉੱਠਿਆ ਘੋੜੀ ਤੇ ਲਾਈ ਅੱਡੀ ਸਵਾਰ ਹੋ ਕੇ ਆ ਗਿਆ। ਜਦੋਂ ਸਵਾਰ ਹੋ ਕੇ ਆ ਗਿਆ ਤੇ ਘੋੜੀ ਨੂੰ ਤਬੇਲੇ ਦੇ ਵਿੱਚ ਥਾਪੜੀ ਦੇ ਕੇ ਬਣਾ ਦਿੱਤਾ। ਤੇ ਕੁਛ ਸਮਾਂ ਜਦੋਂ ਬਤੀਤ ਹੋਇਆ ਘੋੜੀ ਤੋਂ ਕਹਿੰਦੇ ਕਾਲੇ ਕੰਨਾਂ ਵਾਲਾ ਚਿੱਟਾ ਘੋੜਾ ਸੀ ਜਿਹੜਾ ਉਹਨੇ ਜਨਮ ਲਿਆ। ਤੇ ਰਾਜਾ ਹੈਰਾਨ ਪਰੇਸ਼ਾਨ, ਕਹਿੰਦਾ ਵੀ ਮੈਂ ਤਾਂ ਸੰਗ ਕਰਾਇਆ ਨਹੀਂ ਘੋੜੀ ਦਾ ਤੇ ਇਹ ਬਿਨਾਂ ਸੰਗ ਤੋਂ ਕਿਵੇਂ ਇਹ ਜਿਹੜਾ ਇਹਨੇ ਬੱਚੇ ਨੂੰ ਜਨਮ ਦੇ ਦਿੱਤਾ। ਉਹ ਫੇਰ ਖਿਆਲ ਦੇ ਵਿੱਚ ਆਇਆ ਵੀ ਉਹ ਚੌਥੀ ਦਿਸ਼ਾ ਜਿਹੜੀ 'ਚ ਰੋਕਿਆ ਸੀ ਨਾ ਵੇਦ ਵਿਆਸ ਨੇ, ਵੀ ਉਹਦੇ 'ਚ ਜਾ ਕੇ ਤੂੰ ਆਰਾਮ ਕਰਨ ਪਿਆ ਸੀ ਤੇ ਉਦੋਂ ਇਹ ਭਾਣਾ ਵਰਤਿਆ ਸਾਰਾ। ਤਾਂ ਉਹ ਜਦੋਂ ਗੱਲ ਯਾਦ ਆਈ, ਹੁਣ ਤਾਂ ਘੋੜੀ ਨੇ ਉਹਨੂੰ ਵਛੇਰੇ ਨੂੰ ਜਨਮ ਦੇ ਦਿੱਤਾ ਸੀ, ਉਹਦੀ ਪਰਵਰਿਸ਼ ਕਰਵਾਈ। ਜਦੋਂ ਉਹ 2 ਸਾਲ ਦੇ ਵਿੱਚ 2.5 ਸਾਲ ਦੇ ਵਿੱਚ ਸਵਾਰੀ ਦੇ ਲਾਇਕ ਹੋ ਗਿਆ ਤਾਂ ਹੁਣ ਕਹਿੰਦਾ ਰਾਜਾ ਜਨਮੇਜਾ ਇੱਕ ਹੀ ਕਾਰਨ ਪਾਪੀ ਭਇਆ। ਇੱਕੋ ਹੀ ਕੰਮ ਉਹਦਾ ਵਿਸਰਿਆ ਕਿ ਵੇਦ ਵਿਆਸ ਦੀ ਗੱਲ ਤੇ ਧਿਆਨ ਨਹੀਂ ਦਿੱਤਾ। ਜੇ ਧਿਆਨ ਦੇ ਦਿੰਦਾ, ਜੇ ਘੋੜੀ ਖਰੀਦ ਲਈ ਸੀ ਸਵਾਰੀ ਉਹੀ ਨਾ ਕਰਦਾ, ਜੇ ਸਵਾਰੀ ਕੀਤੀ ਸੀ 3 ਦਿਸ਼ਾ 'ਚ ਘੁਮਾ ਲਈ ਸੀ ਚੌਥੀ 'ਚ ਨਾ ਜਾਂਦਾ, ਜੇ ਚੌਥੀ 'ਚ ਗਿਆ ਸੀ ਤਾਂ ਫਿਰ ਉੱਥੇ ਜਾਗ ਕੇ ਪਹਿਰਾ ਦਿੰਦਾ ਬਈ ਕੋਈ ਹੋਰ ਨਾ ਘਟਨਾ ਵਾਪਰ ਜਾਵੇ। ਪਰ ਨਹੀਂ ਰੋਕ ਸਕਿਆ ਹੁਣੀ ਨੂੰ। ਨਾਲੇ ਸਾਰਾ ਕੁਝ ਪਹਿਲਾਂ ਵੇਦ ਵਿਆਸ ਨੇ ਦੱਸਿਆ ਹੋਇਆ ਸੀ ਵੀ ਐ ਹੋਣਾ ਐ ਹੋਣਾ ਐ ਹੋਣਾ, ਤੇਰੀ ਮੌਤ ਕੋੜ ਨਾਲ ਹੋਣੀ ਹੈ। ਤਾਂ ਇਸ ਤਰ੍ਹਾਂ ਨਾਲ ਕਹਿੰਦੇ ਰੋਕ ਨਾ ਸਕਿਆ। ਹੁਣ ਉਸ ਘੋੜੇ ਨੂੰ ਵੀ ਕਹਿੰਦੇ 12 ਸਾਲ ਦੇ ਬਨਵਾਸ ਵਾਸਤੇ ਛੱਡਤਾ ਕਿ ਅਸਮੇਧ ਜੰਗ ਕਰੂੰਗਾ। ਘੋੜਾ ਫਿਰਦਾ ਰਿਹਾ ਜਿੱਥੇ ਕੋਈ ਰੋਕਦਾ ਸੀ ਜਾ ਕੇ ਜੰਗ ਕਰਕੇ ਅੱਗੇ ਛਡਾ ਦਿੰਦਾ ਸੀ, ਨਾਲ ਫੌਜ ਜਾਂਦੀ ਸੀ। ਤੇ ਇਸ ਤਰ੍ਹਾਂ 12 ਸਾਲ ਬਾਅਦ ਘੋੜਾ ਜਦੋਂ ਰਾਜਧਾਨੀ 'ਚ ਆ ਗਿਆ, ਉਸ ਨੂੰ ਵੱਢ ਕੇ ਕੱਟ ਕੇ ਮੰਤਰਾਂ ਪਾਠ ਦੇ ਬਲ ਤੇ ਕਹਿੰਦੇ ਸਾਰਾ ਅਸਮੇਧ ਜੱਗ ਪੂਰਾ ਕੀਤਾ। ਤੇ ਬੜੀ ਖੁਸ਼ੀ ਦੇ ਨਾਲ ਬ੍ਰਾਹਮਣਾਂ ਗਰੀਬਾਂ ਗੁਰਬਿਆਂ ਤੇ ਹੋਰਾਂ ਸਭ ਨੂੰ ਬਲ ਬਲਾ ਕਰਕੇ ਪੰਗਤਾਂ ਤੇ ਕਹਿੰਦਾ ਮੂੰਹ ਮੰਗੇ ਦਾਨ ਦਿਓ ਤੇ ਮੇਰਾ ਯੱਗ ਸੰਪੂਰਨ ਹੋ ਗਿਆ। ਜਦੋਂ ਜੱਗ ਸੰਪੂਰਨ ਕਰਕੇ ਇਸ ਤਰ੍ਹਾਂ ਭੋਗ ਦੇ ਪਤਾਸੇ ਵਰਤਾ ਰਿਹਾ ਸੀ ਤਾਂ ਉਸ ਵੇਲੇ ਰਾਣੀਆਂ ਵੀ ਸੇਵਾ ਕਰ ਰਹੀਆਂ ਸੀ। ਜਦੋਂ ਰਾਣੀਆਂ ਸੇਵਾ ਕਰ ਰਹੀਆਂ ਸੀ 18,000 ਜਿਹੜੇ ਬ੍ਰਾਹਮਣ ਸਨ ਉਹ ਬੈਠੇ ਵੀ ਉੱਚੇ ਨੀਵੇਂ ਕਈ ਤਰ੍ਹਾਂ ਦੇ ਬ੍ਰਾਹਮਣ ਸਨ। ਪੂਰਨ ਵਿਦਵਾਨ ਵੀ ਹੁੰਦੇ ਆ, ਅੱਧੇ ਵਿਦਵਾਨ ਵੀ ਹੁੰਦੇ ਆ, ਨਹੀਂ ਵਿਦਵਾਨ ਵੀ ਹੁੰਦੇ ਕਈ ਤਰ੍ਹਾਂ ਦੇ। ਆਪਣੇ ਪਾਠੀਆਂ 'ਚ ਦੇਖ ਲਓ ਕਈ ਤਰ੍ਹਾਂ ਦੇ ਪਾਠੀ ਹੁੰਦੇ ਆ, ਕਈ ਬਹੁਤ ਜ਼ਿਆਦਾ ਬਰੀਕੀ ਵਾਲੇ ਵੀ ਹੁੰਦੇ ਆ ਜਿਹਨਾਂ ਕਮਾਈ ਕੀਤੀ ਹੁੰਦੀ ਆ, ਕਈ ਵਿਚਾਰੇ ਉਹੋ ਜਿਹੇ ਹੁੰਦੇ ਆ, ਕਈ ਬਿਲਕੁਲ ਹੀ ਉਹੋ ਜਿਹੇ ਹੁੰਦੇ ਆ ਟਾਈਮ ਪੂਰਾ ਕਰਨ ਵਾਲੇ। ਇਸ ਤਰ੍ਹਾਂ ਨਾਲ ਜਿਹੜਾ 18,000 ਬ੍ਰਾਹਮਣਾਂ ਨੂੰ ਰੋਟੀ ਖਵਾ ਰਿਹਾ ਸੀ ਤਾਂ ਉਸ ਵੇਲੇ ਜਿਹੜੇ ਬੱਚੇ ਬ੍ਰਾਹਮਣ ਸਨ ਨਾ ਨਵੀਂ ਉਮਰ ਦੇ ਤੇ ਉਹ ਵੀ ਬੈਠੇ ਖਾ ਰਹੇ ਸੀ। ਉਹ ਇੱਕ ਨੇ ਇੱਕ ਦੇ ਨਾਲ ਸ਼ਰਤ ਲਾ ਲਈ, ਕਹਿੰਦੇ ਵੀ ਅੰਦਰੋਂ ਜਿਹੜੀ ਆ ਕੱਢ ਕੇ ਰੋਟੀਆਂ ਵਰਤਾਉਂਦੀ ਆ ਰਾਣੀ, ਬਈ ਕਹਿੰਦਾ ਬਈ ਇਹ ਮੈਨੂੰ ਤਾਂ ਐਂ ਲੱਗਦਾ ਵੀ ਵਾਰ-ਵਾਰ ਕੱਪੜੇ ਬਦਲ ਕੇ ਆਉਂਦੀ ਆ। ਉਹ ਦੂਜਾ ਕਹਿੰਦਾ ਨਹੀਂ ਰਾਣੀਓ ਹੀ ਹੋਰ ਆਉਂਦੀ ਆ। ਰਾਣੀਆਂ ਇਹਦੇ ਰਾਣੀਆਂ ਦਾ ਕਿਵੇਂ ਪਤਾ ਲੱਗੂਗਾ? ਉਹਨੇ ਕੀ ਕੀਤਾ ਨਾ ਸਾਧ ਸੰਗਤ ਜੀ, ਮਾੜੀ ਜੀ ਖੀਰ ਸੀ ਜਿਹੜੀ ਜਦੋਂ ਰਾਣੀ ਵਰਤਾਉਣ ਆਈ ਨਾ ਉਹਦੇ ਪੈਰ ਦੇ ਨਹੁੰ ਤੇ ਛੱਟਾ ਲਾ ਕੇ ਨਿਸ਼ਾਨੀ ਲਾ ਦਿੱਤੀ। ਕਹਿੰਦਾ ਜੇ ਕੱਪੜੇ ਬਦਲ ਕੇ ਆਉਂਦੀ ਹੋਊ ਤਾਂ ਵੀ ਪਤਾ ਲੱਗ ਜਾਊਗਾ ਤੇ ਜੇ ਰਾਣੀ ਹੋਰ ਹੋਈ ਤਾਂ ਵੀ ਪਤਾ ਲੱਗ ਜਾਊਗਾ। ਉਹ ਜਦੋਂ ਅੰਦਰ ਗਈ ਕੱਪੜੇ ਬਦਲ ਕੇ ਆਈ ਤੇ ਉਹਨੇ ਸੂਖਮ ਕੱਪੜੇ ਪਾ ਕਰਕੇ ਆ ਕੇ ਭੋਜਨ ਵਰਤਾਇਆ। ਹਰ ਵਾਰ ਕੱਪੜੇ ਬਦਲ ਕੇ ਸੁੱਚਤਾ ਦਾ ਇਜ਼ਹਾਰ ਕਰ ਰਹੀ ਸੀ, ਸੁੱਚਤਾ ਨਾਲ ਵੀ ਨਵੇਂ ਕੇ। ਤੇ ਉਹ ਜਵਾਕਾਂ ਤੋਂ ਗੱਲ ਵਿਗੜੀ ਕੀਤੀ ਹੋਈ ਮਸ਼ਕਰੀ ਤੋਂ ਇਸ ਤਰ੍ਹਾਂ ਲਾਈ ਨਿਸ਼ਾਨੀ ਤੋਂ ਕਹਿੰਦੇ ਉਸ ਵੇਲੇ ਐਸੀ ਭਗਦੜ ਮੱਚੀ। ਰਾਜਾ ਜਨਮੇਜਾ ਆ ਗਿਆ ਕ੍ਰੋਧ ਦੇ ਵਿੱਚ ਤੇ ਉਸ ਵੇਲੇ ਤਲਵਾਰ ਕੱਢ ਕੇ ਕਿ ਇਹ ਤਾਂ ਮੇਰੇ ਘਰ ਨੂੰ ਆਣ ਪਏ ਆ, ਮੇਰੇ ਘਰ ਵਾਲੀ ਨੂੰ ਨਹੀਂ ਇਹਨਾਂ ਨੇ ਬਖਸ਼ਿਆ ਤੇ ਹੋਰ ਕਿਸੇ ਨੂੰ ਕੀ ਬਖਸ਼ਦੇ ਹੋਣਗੇ। ਐ ਕ੍ਰੋਧ ਵਧਾ ਲਿਆ, ਬੜਾ ਕ੍ਰੋਧ ਆ ਗਿਆ ਤੇ ਕ੍ਰੋਧ ਦੇ ਨਾਲ ਤਲਵਾਰ ਦੇ ਨਾਲ ਜਿਉਂ ਵੱਢਣੇ ਸ਼ੁਰੂ ਕਰਤੇ। ਵੱਢ ਕੇ ਉੱਥੇ ਹੀ ਜਗ ਜੁਗ ਭੰਗ ਹੋ ਗਿਆ 12 ਸਾਲ ਦਾ। ਤੇ ਵੱਢਣੇ ਜਦੋਂ ਛੱਡੇ ਨਹੀਂ, ਉੱਠ ਕੇ ਰੋਟੀ ਖਾਂਦੇ ਤੇ ਵੇਦੀ ਤੋਂ ਬ੍ਰਾਹਮਣ ਭੱਜ ਲਏ ਡਰਦੇ ਮਾਰੇ। ਜਦੋਂ ਭੱਜ ਲਏ ਤੇ ਉਹਦਾ ਗੁੱਸਾ ਫੇਰ ਵੀ ਸ਼ਾਂਤ ਨਹੀਂ ਹੋਇਆ ਕਿਉਂਕਿ ਉਹਦੇ ਘਰ ਵਾਲੀ ਨੂੰ ਮਸ਼ਕਰੀ ਕੀਤੀ ਸੀ। ਜਦੋਂ ਕਿਸੇ ਦੇ ਘਰ ਵਾਲੀ ਨੂੰ ਮਸ਼ਕਰੀ ਕਰਾਂਗੇ ਕਿਹੜਾ ਬਰਦਾਸ਼ਤ ਕਰੂਗਾ? ਕੋਈ ਨਹੀਂ ਬਰਦਾਸ਼ਤ ਕਰਦਾ, ਭਾਵੇਂ ਮਾੜੇ ਤੋਂ ਮਾੜਾ ਹੋਵੇ। ਪਰ ਉਹ ਤਾਂ ਚੱਕਰਵਰਤੀ ਰਾਜਾ ਧਰਾਟ ਸੀ, ਉਹਨੇ ਕਿੱਥੋਂ ਬਰਦਾਸ਼ਤ ਕਰਨਾ ਸੀ? ਉਹਨੇ ਕਿਹਾ ਮੰਗ ਖਾਣੇ ਬ੍ਰਾਹਮਣ ਮੇਰੇ ਘਰ ਵਾਲੇ ਨੂੰ ਜਿਹੜੀ ਮਸ਼ਕਰੀ ਕਰਦੇ ਆ। ਐ ਗੁੱਸਾ ਵਧਾ ਕਰਕੇ ਤੇ ਉਹਨੇ ਵੱਢ ਕੇ ਜਿਹੜੇ ਭੱਜ ਗਏ ਉਹਨਾਂ ਦੇ ਮੂੰਹ ਸਿਰ ਮੁੰਡਨ ਦਾ ਉੱਥੋਂ ਮੁੰਡਨ ਚੱਲਿਆ। ਆਚਾਰ ਪ੍ਰਕਾਰ ਦੇ ਜਿਹੜੇ ਕੋਈ ਪਟੇ ਜੇ ਬਣਾਈ ਫਿਰਦਾ, ਕੋਈ ਹੋਰ ਤਰ੍ਹਾਂ ਮਨਾਈ ਫਿਰਦਾ, ਕੋਈ ਹੋਰ, ਇਹ ਉੱਥੋਂ ਰਾਜੇ ਜਨਮੇਜੇ ਨੇ
ਤੇ ਪਹਿਲਾਂ ਚੰਦਰਗੁਪਤ ਮੌਰੀਆ ਨੇ ਇਹਨਾਂ ਨੂੰ ਡੰਨ ਦਿੱਤਾ, ਫਿਰ ਬੁੱਧ ਵੇਲੇ ਇਹਨਾਂ ਨੂੰ ਜਿਹੜਾ ਡੰਨ ਦਿੱਤਾ ਗਿਆ 3 ਪ੍ਰਕਾਰ ਦੇ ਮੁੰਡਨ ਦਾ, ਉੱਥੋਂ ਮੁੰਡਨ ਚੱਲੇ, ਉੱਥੋਂ ਉਸ ਤਰ੍ਹਾਂ ਤੇ ਕੈਂਚੀ ਇਹਨਾਂ ਦੇ ਸਿਰਾਂ ਤੇ ਫਿਰਨ ਲੱਗਾ। ਜਿਹੜਾ ਸਜ਼ਾ ਸੀ ਉਹਨੂੰ ਇਹਨਾਂ ਨੇ ਧਰਮ ਦਾ ਅੰਗ ਬਣਾ ਲਿਆ। ਇਸ ਤਰ੍ਹਾਂ ਨਾਲ ਰਾਜੇ ਜਨਮੇਜੇ ਨੇ ਆਰਡਰ ਦਿੱਤਾ ਕਿ ਕੋਈ ਵੀ ਬ੍ਰਾਹਮਣ ਹੈ ਜਿਹੜਾ ਕੇਸਾਧਾਰੀ ਨਾ ਰਹੇ, ਇਹਨਾਂ ਨੂੰ ਜਿਹੜੇ ਮੌਤ ਤੋਂ ਬਚ ਗਏ ਮੇਰੀ ਤਲਵਾਰ ਤੋਂ ਉਹਨਾਂ ਨੂੰ ਉਸਤਰਿਆਂ ਨਾਲ ਮੁੰਨ ਦਿਓ। ਉੱਥੋਂ ਨਾਈਆਂ ਦੀ ਜਿਹੜੀ ਨਾਈਆਂ ਦਾ ਵਰਗ ਹੈ ਜਿਹੜਾ ਉਹ ਹੋਂਦ ਦੇ ਵਿੱਚ ਆਇਆ ਤੇ ਉਹਨਾਂ ਨੇ ਮੁੰਨ ਕੇ ਸਾਰੇ ਕਹਿੰਦੇ ਫਿਰ ਬ੍ਰਾਹਮਣ ਹੱਥ ਜੋੜਨ। ਉਹਨਾਂ ਨੇ ਇੰਨੀਆਂ ਬੋਦੀਆਂ ਛੱਡਤੀਆਂ, ਕਹਿੰਦੇ ਸਾਡੇ ਨਿਸ਼ਾਨੀ ਤਾਂ ਰਹਿਣ ਦਿਓ ਮਾੜੀ ਮੋਟੀ, ਬਈ ਅਸੀਂ ਬ੍ਰਾਹਮਣ ਹੁੰਦੇ ਸੀ। ਕਹਿੰਦੇ ਲਓ ਮਾੜੀਆਂ ਬੋਦੀਆਂ ਛੱਡਤੀਆਂ, ਕਹਿੰਦੇ ਇਹਨੂੰ ਦੇਖ ਲਿਆ ਕਰੋ ਸ਼ੀਸ਼ੇ ਦੇ ਵਿੱਚ ਵੀ ਅਸੀਂ ਬ੍ਰਾਹਮਣ ਹੁੰਦੇ ਸੀ। ਇਸ ਤਰ੍ਹਾਂ ਬੋਦੀਆਂ ਰਖਾਈਆਂ ਇਹਨਾਂ ਦੀਆਂ ਤੇ ਇਸ ਤਰ੍ਹਾਂ ਨਾਲ ਇਹਨਾਂ ਦੇ ਮੁੰਡਨ ਕੀਤੇ, ਸਜ਼ਾ ਦਿੱਤੀ। ਤੇ ਫਿਰ ਉਹਨਾਂ ਬ੍ਰਾਹਮਣਾਂ ਦੇ ਵਿੱਚ ਇੱਕ ਸਤਪੁਰਸ਼ ਬ੍ਰਾਹਮਣ ਸੀਗਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਬੀਨਾਸ ਨਹੀਂ ਹੁੰਦਾ। ਉਹਨੇ ਸ਼ਰਾਪ ਦੇ ਦਿੱਤਾ, ਕਹਿੰਦਾ ਤੂੰ ਅਜੇ ਵੀ ਆਪਦਾ ਕ੍ਰੋਧ ਹੈ ਜਿਹੜਾ 18,000 ਬ੍ਰਾਹਮਣਾਂ ਨੂੰ ਤਾਂ ਥਾਂ ਹੀ ਵੱਢਿਆ, ਜਿਹੜੇ ਭੱਜ ਗਏ ਮੁੰਡਨ ਦਾ ਆਰਡਰ ਦੇਤਾ, ਕਹਿੰਦਾ ਅਜੇ ਵੀ ਤੂੰ ਕ੍ਰੋਧ ਸ਼ਾਂਤ ਨਹੀਂ ਕਰਦਾ। ਐਡੀ ਕਿੱਡੀ ਕੀ ਗੱਲ ਹੋ ਗਈ, ਜਵਾਕਾਂ ਨੇ ਮਸ਼ਕਰੀ ਕਰ ਲਈ, ਆਪਾਂ ਜਵਾਕਾਂ ਨੂੰ ਡੰਨ ਦਿੰਦੇ ਪਰ ਤੂੰ ਵੱਡਿਆਂ ਛੋਟਿਆਂ ਕਿਸੇ ਦੀ ਵਿਚਾਰ ਨਾ ਕੀਤੀ, ਜਾ ਬ੍ਰਹਮ ਹੱਤਿਆ ਲੱਗੂ, ਕੋੜੀ ਹੋ ਕੇ ਮਰੇਂਗਾ। ਇਹ ਸ਼ਰਾਪ ਦੇ ਦਿੱਤਾ। ਜਦੋਂ ਹੁਣ ਉਸ ਦਾ ਸ਼ਰਾਪ ਲੱਗ ਗਿਆ, ਰਾਜਾ ਜਨਮੇਜਾ ਹੋ ਗਿਆ ਕੋੜੀ ਤੇ ਕਈ ਤਰ੍ਹਾਂ ਦੇ ਲੱਗਾ ਉਪਾਅ ਕਰਨ ਤੇ ਕਈ ਪ੍ਰਕਾਰ ਦੇ ਜਦੋਂ ਉਪਾਅ ਕੀਤੇ, ਕੋੜ ਨਾ ਹਟਿਆ, ਦਿਨੋਂ ਦਿਨ ਵੱਧਦਾ ਗਿਆ। ਜਦੋਂ ਵੱਧਦਾ ਗਿਆ ਤਾਂ ਸਾਧ ਸੰਗਤ ਜੀ ਫੇਰ ਵੇਦ ਵਿਆਸ ਦੀ ਸ਼ਰਨ ਲੈਣੀ ਪਈ। ਵੇਦ ਵਿਆਸ ਨੂੰ ਉਪਾਅ ਪੁੱਛਿਆ, ਜਦੋਂ ਵੇਦ ਵਿਆਸ ਨੂੰ ਉਪਾਅ ਪੁੱਛਿਆ ਤਾਂ ਉਹ ਕਹਿੰਦਾ ਭਾਈ ਅਮਰ ਕਥਾ ਸੁਣ, ਜੇ ਕਥਾ ਸੁਣੇਗਾ ਤਾਂ ਕਾਹਦੀ ਕਥਾ। ਹੁਣ ਉਦੋਂ ਅਮਰ ਕਥਾ ਕਿਹੜੀ ਸੀਗੀ? ਅਮਰ ਕਥਾ ਜਿਹੜੀ ਸੀ ਮਹਾਭਾਰਤ ਦੇ ਜੰਗ ਦੀ ਹੋਈ ਸੀ, ਸੁਖਦੇਵ ਮੁਨੀ ਸੁਖਦੇਵ ਵਰਗੇ ਸੁਣਾਉਂਦੇ ਸੀ ਤੇ ਉਹੀ ਕਥਾ ਸੀਗੀ, ਇੱਕ ਦੂਜੇ ਨੂੰ ਇੱਕ ਦੂਜੇ ਦੀ ਸੁਣਾਈ ਜਾਂਦੇ ਸੀ। ਉਹ ਲਿਆਉਣੀ ਤਾਂ ਉਹਦੀ ਬਿਰਤੀ ਸ਼ਾਂਤੀ ਦੇ ਵਿੱਚ ਸੀ, ਕਥਾ ਸੁਣਾਉਣ ਵਾਸਤੇ ਲੱਗ ਗਏ। ਜਦੋਂ ਕਥਾ ਸੁਣਾਈ ਗਏ ਕਹਿੰਦੇ 14 ਪਰਬਾਂ ਦੇ ਵਿੱਚੋਂ ਕੁਛ ਕੁ ਪਰਬਾਂ ਦੀ ਸੁਣਾਈ ਤੇ ਕਥਾ ਕਹਿੰਦੇ ਉੱਥੇ ਪਹੁੰਚੀ, ਕਹਿੰਦੇ ਭੀਮ ਨੇ ਹਾਥੀ ਆਕਾਸ਼ ਨੂੰ ਸਿੱਟ ਦਿੱਤੇ, ਬਲ ਦੇ ਨਾਲ ਬੜਾ ਜੰਗ ਕੀਤਾ। ਤਾਂ ਉਸ ਵੇਲੇ ਨੱਕ ਤੋਂ ਖੁਣਸ ਕਰਕੇ ਕਹਿੰਦਾ ਇਹ ਮੇਰੇ ਕੋਲੋਂ ਤਾਂ ਗਧਾ ਵੀ ਨਹੀਂ ਚੱਕ ਕੇ ਸਿੱਟਿਆ ਜਾਂਦਾ, ਮੇਰੇ ਕੋਲੋਂ ਤਾਂ ਕੁੱਤਾ ਵੀ ਨਹੀਂ ਚੱਕ ਕੇ ਆਕਾਸ਼ ਦੇ ਵਿੱਚ ਕਹਿੰਦਾ ਸਿੱਟਿਆ ਜਾਂਦਾ, ਉਹ ਹਾਥੀ ਚੱਕ ਕੇ ਸਿੱਟਤੇ। ਕਹਿੰਦਾ ਐ ਰਾਜਾ ਜਦੋਂ ਖੁਣਸ ਕੇ ਨੱਕ ਤੋਂ ਚੜਾ ਕੇ ਮਰੋੜੀ ਤੇ ਬੋਲਿਆ, ਸਾਰਾ ਕੋੜ ਤਾਂ ਹਟ ਗਿਆ ਸੀ ਪਰ ਨੱਕ ਤੇ ਕੋੜ ਰਹਿ ਗਿਆ। ਜਦੋਂ ਨੱਕ ਤੇ ਕੋੜ ਰਹਿ ਗਿਆ, ਵੇਦ ਵਿਆਸ ਜੀ ਕਹਿੰਦੇ ਭਾਈ ਕਥਾ 'ਚ ਹੁਣ ਤੂੰ ਟਿੱਪਣੀ ਕਰ ਲਈ ਹੈ ਤਾਂ ਹੁਣ ਇੰਨਾ ਕੁ ਤਾਂ ਤੈਨੂੰ ਝੱਲਣਾ ਪਊਗਾ, ਪਰ ਤੇਰੀ ਮੌਤ ਸੌਖੀ ਹੋ ਜਾਊਗੀ। ਇਸ ਤਰ੍ਹਾਂ ਨਾਲ ਕਹਿੰਦੇ ਭਾਈ ਰੋਵੈ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਸੋ ਇੱਕ ਕਰਮ ਕਰਨੇ ਕਰਕੇ, ਬਚਨ ਨਾ ਮੰਨਣੇ ਕਰਕੇ ਤੇ ਬ੍ਰਾਹਮਣਾਂ ਨੂੰ ਮਾਰਨੇ ਕਰਕੇ ਤੇ ਮਸ਼ਕਰੀ ਨਾ ਥੋੜੀ ਜਿਹੀ ਵੀ ਝੱਲ ਸਕਿਆ ਤੇ ਰਾਣੀ ਦੇ ਪਿਆਰ ਕਰਕੇ, ਤੇ ਕਹਿੰਦੇ ਇਸ ਤਰ੍ਹਾਂ ਨਾਲ ਉਹਨੂੰ ਇੱਕ ਗਲਤੀ ਕਰਕੇ ਤੇ ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਕਸ਼ਟ ਸੀ ਉਹ ਸਾਧ ਸੰਗਤ ਜੀ ਭੋਗਣਾ ਪਿਆ। ਇਹ ਕਸ਼ਟ ਸੀ ਜਿਹੜਾ ਉਹਨੂੰ ਪਾਉਣਾ ਪਿਆ ਹੈ। ਤੇ ਇਸ ਤਰ੍ਹਾਂ ਹੀ ਪ੍ਰੀਸ਼ਤ ਸੀ, ਜਾ ਕਰਕੇ ਕਿਸੇ ਮੁਨੀ ਦੇ ਗਲ 'ਚ ਮਰਿਆ ਸੱਪ ਪਾਤਾ। ਜਦੋਂ ਉਹਦਾ ਚੇਲਾ ਆਇਆ ਦੇਖਿਆ ਤੇ ਉਹਨੇ ਕਿਹਾ ਇਸੇ ਸੱਪ ਨਾਲ ਲੜ ਕੇ ਮਰੂਗਾ ਜਿਹਨੇ ਵੀ ਪਾਇਆ। ਉਸ ਵੇਲੇ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਜਦੋਂ ਜਾ ਕੇ ਦੱਸਿਆ ਕਿ ਭਾਈ ਉਸੇ ਸੱਪ ਨਾਲ ਮਰੇਗਾ, ਉਹ ਫਲਾਣੇ ਨੇ ਸ਼ਰਾਪ ਦੇ ਦਿੱਤਾ ਹੈ। ਕਹਿੰਦਾ ਹੁਣ ਕੀ ਉਪਾਅ ਹੈ? ਕਹਿੰਦੇ ਭਾਈ ਹੁਣ ਉਪਾਅ ਇਹ ਹੈ ਵੀ ਸੁਖਦੇਵ ਮੁਨੀ ਤੋਂ ਕਥਾ ਸੁਣ ਤੇ ਸ਼ੀਸ਼ੇ ਦਾ ਮਹਿਲ ਗੰਗਾ ਦੇ ਵਿੱਚ ਬਣਾ ਲਾ। ਤੇ ਉੱਥੇ ਕਿਹਾ ਵੀ ਭਾਈ ਗੰਗਾ ਤੀਰ ਜੋ ਘਰ ਘਰੇ ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਵੇਂ ਕਮੀਰ। ਭਾਈ ਨਾਮ ਨੇ ਮੁਕਤੀ ਗੰਗਾ 'ਚ ਘਰ ਬਣਾ ਕੇ ਤੂੰ ਬਚ ਨਹੀਂ ਸਕਦਾ ਸਤਪੁਰਸ਼ਾਂ ਦੇ ਕਹੇ ਹੋਏ ਬਚਨ ਤੋਂ। ਕਹਿੰਦੇ ਬੜੇ ਉਹਨੇ ਉਪਾਅ ਕੀਤੇ, ਧਨੰਤਰ ਨੇ ਰੋਕਣ ਦੇ ਉਪਾਅ ਕੀਤੇ ਤੇ ਤਛਕ ਨੇ ਆਪਦੀ ਸ਼ਕਤੀ ਦਿਖਾਈ, ਬਚਨ ਨਹੀਂ ਟਲਦਾ। ਕਹਿੰਦੇ ਸਾਧ ਬਚਨ ਅਟਲਾਦਾ। ਤੇ ਕਹਿੰਦੇ ਉੱਥੇ ਆ ਕਰਕੇ ਪ੍ਰੀਸ਼ਤ ਨੂੰ ਕਥਾ ਸੁਣਦੇ ਨੂੰ ਫੁੱਲਾਂ ਦੇ ਗੁਲਦਸਤੇ ਦੇ ਵਿੱਚੋਂ ਨਿਕਲ ਕਰਕੇ ਡੰਗ ਮਾਰ ਕੇ ਮਾਰਨਾ ਕੀਤਾ ਸੀ। ਤੇ ਇਸ ਤਰ੍ਹਾਂ ਨਾਲ ਕਹਿੰਦੇ ਪ੍ਰੀਸ਼ਤ ਵੀ ਰੋਂਦਾ ਹੋਇਆ ਗਿਆ ਸੀ, ਜਨਮੇਜਾ ਵੀ ਰੋਂਦਾ ਹੋਇਆ। ਕਹਿੰਦੇ ਜੇ ਇੱਕ ਪਾਪ ਨਾ ਕਰਦੇ, ਉਹਦੇ ਗਲ 'ਚ ਜੇ ਸੱਪ ਨਾ ਪਾਉਂਦਾ ਮਰਿਆ ਤਾਂ ਰੋਂਦਾ ਹੋਇਆ ਕਹਿੰਦਾ ਮੇਰੀ ਇਹੋ ਜਿਹੀ ਮੌਤ ਨਾ ਹੁੰਦੀ। ਤੇ ਜਨਮੇਜਾ ਵੀ ਇਸ ਤਰ੍ਹਾਂ ਰੋਂਦਾ ਹੋਇਆ ਕਹਿੰਦਾ ਜੇ ਮੈਂ ਇਹ ਨਾ ਕਰਦਾ ਕੰਮ ਤੇ ਫੇਰ ਜਿਹੜਾ ਮੇਰੀ ਇਸ ਪ੍ਰਕਾਰ ਮੌਤ ਨਾ ਹੁੰਦੀ। ਇਸ ਤਰ੍ਹਾਂ ਨਾਲ ਕਹਿੰਦੇ ਇੱਕ ਕਰਮ ਕਰਨੇ ਕਰਕੇ ਇਹ ਪਾਪੀ ਵੱਜੇ ਤੇ ਪਾਪੀ ਹੋ ਕਰਕੇ ਵੀ ਫਿਰ ਇਹਨਾਂ ਦਾ ਉਧਾਰ ਤਾਂ ਹੋ ਗਿਆ ਕਿਉਂਕਿ ਕਥਾ ਸੁਣ ਲਈ। ਪਰ ਉਹ ਕਹਿੰਦੇ ਹੁੰਦੇ ਨਾ ਜਿਹੜੀ ਥਿਗਲੀ ਚਮਕਦੀ ਰਹਿੰਦੀ ਹੈ, ਜਿਵੇਂ ਕੋਈ ਪਤਤ ਹੋ ਜਾਵੇ, ਬੱਜਰ ਕਰਹਿਤ ਕਰ ਲਵੇ, ਦੁਬਾਰਾ ਅੰਮ੍ਰਿਤ ਦੇ ਚੂਲੇ ਲਵੇ, ਉਹ ਫਿਰ ਦੂਜੀ ਵਾਰ ਦਾ ਜਿਹੜਾ ਦੂਜੇ ਜਨਮ ਤੇ ਸਿਰ ਦਾ ਲੇਖਾ ਵੱਜ ਜਾਂਦਾ ਹੈ।
ਫਿਰ ਉਹ ਜਿਹੜਾ ਚਮਕਦਾ ਰਹਿੰਦਾ ਵੀ ਇਹਨੇ ਆਹ ਕੰਮ ਕੀਤਾ ਸੀ, ਇਹਨੇ ਆਹ ਕੰਮ ਕੀਤਾ ਸੀ, ਇਹਨੇ ਆਹ ਦੁਬਾਰਾ ਅੰਮ੍ਰਿਤ ਛਕਿਆ ਹੋਇਆ, ਉਹ ਜੋੜ ਤਾਂ ਲੈਂਦੇ ਆ ਫਿਰ ਵੀ, ਪਰ ਉਹ ਦੂਜੀ ਵਾਰ ਤੀਜੀ ਵਾਰ ਦਾ ਛਕਿਆ ਜਿਹੜਾ ਫਿਰ ਐ ਚਮਕਦਾ ਰਹਿੰਦਾ ਵੀ ਇਹਨੇ ਬੱਜਰ ਘਰੈਤ ਕੀਤੀ ਸੀ ਤਾਂ ਇਹਨੂੰ ਇਹ ਡੰਨ ਲੱਗਿਆ। ਇਸ ਕਰਕੇ ਇਹ ਜਿਹੜੇ ਰੋਂਦੇ ਗਏ ਐ, ਰੋਵਹਿ ਸ਼ੇਖ ਮਸਾਇਕ ਪੀਰ, ਤੇ ਫਿਰ ਕਹਿੰਦੇ ਵੱਡੇ ਵੱਡੇ ਸ਼ੇਖ ਮੁਹੰਮਦ ਦੀ ਕੁੱਲ ਦੇ, ਮੁਹੰਮਦ ਦੀ ਬੇਟੀ ਦੀ ਕੁੱਲ ਦੇ, ਮਸਾਇਕ ਬੜੇ ਬੜੇ ਸ਼ਕਤੀਵਾਨ, ਤੇ ਕਹਿੰਦੇ ਪੀਰ ਰਿੱਧੀਆਂ ਸਿੱਧੀਆਂ ਵਾਲੇ, ਤੇ ਕਹਿੰਦੇ ਉਹ ਵੀ ਸੰਸਾਰ ਤੋਂ ਰੋਂਦੇ ਹੋਏ ਗਏ ਹਨ। ਅੰਤਕਾਲ ਮਤ ਲੱਗੈ ਭੀੜ, ਕਹਿੰਦੇ ਅੰਤਲੇ ਵੇਲੇ ਸਾਨੂੰ ਜਿਹੜੀ ਮੌਤ ਸੌਖੀ ਆਵੇ, ਕਿਤੇ ਭੀੜਾ ਦੇ ਵਿੱਚ ਸੰਸਾਰਕ ਬੰਧਨਾਂ ਕਰਕੇ ਕਿਸੇ ਗਲਤੀ ਕਰਕੇ ਜਾਨ ਅਟਕੀ ਨਾ ਰਹਿ ਜਾਵੇ, ਕਿਤੇ ਹੋਰ ਅਵਗਤੀ ਰੂਹਾਂ ਦਾ ਜਾਮਾ ਨਾ ਪਾਉਣਾ ਪੈ ਜਾਵੇ। ਇਸ ਕਰਕੇ ਇਹ ਵੀ ਜਿਹੜੇ ਰੋਂਦੇ ਆ, ਡਰਦੇ ਆ, ਰੋਵੈ ਰਾਜੇ ਕੰਨ ਪੜਾਏ, ਤੇ ਕਹਿੰਦੇ ਰਾਜੇ ਵੀ ਜਿਹੜੇ ਗੋਰਖ ਵਰਗਿਆਂ ਦੇ ਚੇਲੇ ਹੋ ਜਾਂਦੇ ਸੀ ਤੇ ਉਹ ਵੀ ਕਹਿੰਦੇ ਕੰਨ ਪੜਾ ਕੇ ਫਿਰ ਰੋਂਦੇ ਸੀ। ਕਿਉਂ? ਘਰ ਘਰ ਮੰਗੈ ਭਿੱਖਿਆ ਜਾਏ, ਘਰੋਂ ਘਰ ਜਾ ਕੇ ਫਿਰ ਜਿਹੜੀ ਭਿੱਖਿਆ ਮੰਗਣੀ ਪੈਂਦੀ ਸੀ। ਕਿੱਥੇ ਤਾਂ ਰਾਜੇ ਘਰਾਂ ਤੇ ਆਇਆਂ ਨੂੰ ਰੋਜ਼ ਹਜ਼ਾਰਾਂ ਨੂੰ ਦਾਨ ਦਿੰਦੇ ਸੀ, ਕਿਸੇ ਨੂੰ ਕੱਪੜੇ ਦੇਤੇ, ਕਿਸੇ ਨੂੰ ਖਵਾਤਾ, ਕਿਸੇ ਨੂੰ ਕੁਛ ਦੇਤਾ, ਤੇ ਕਿੱਥੇ ਹੁਣ ਚੇਲੇ ਬਣ ਕੇ ਜਾ ਕੇ ਆਪ ਖੱਪਰ ਚੱਕ ਕੇ ਜਦੋਂ ਘਰਾਂ ਦੇ ਵਿੱਚ ਮੰਗਦੇ ਸੀ, ਤੇ ਸਾਰੇ ਹੁਣ ਗਾਹਾਂ ਪਾਉਣ ਵਾਲੇ ਹੀ ਤਾਂ ਨਹੀਂ ਬੈਠੇ ਹੁੰਦੇ ਵੀ ਬੁੜੀਆਂ ਗਾਹਾਂ ਰੋਟੀਆਂ ਚੋਪੜੀਓ ਹੀ ਬੈਠੀਆਂ ਵੀ ਆ ਜਾਓ ਬਾਬਾ, ਕੋਈ ਕੁਝ ਬੋਲਦਾ ਹੈ, ਕੋਈ ਕੁਝ ਬੋਲਦਾ ਹੈ, ਕੋਈ ਕੁਝ ਬੋਲਦਾ ਹੈ। ਕਈ ਤਾਂ ਟੰਬੇ ਲੈ ਕੇ ਵੀ ਮਗਰ ਪੈ ਜਾਂਦੇ ਆ, ਕਣਕ ਲੈਣ ਗਿਆ ਦੇ, ਦੁੱਧ ਲੈਣ ਗਿਆ ਦੇ, ਕਹਿੰਦੇ ਕੱਢੋ ਇਹਨਾਂ ਨੂੰ, ਕਿੱਧਰ ਮੰਗਦੇ ਫਿਰਦੇ ਆ, ਇੱਧਰ ਸਾਰਾ ਜੱਗ ਲੁੱਟ ਲਿਆ ਇਹਨਾਂ ਨੇ, ਅਜੇ ਵੀ ਮੰਗੀ ਜਾਂਦੇ ਆ। ਇਸ ਤਰ੍ਹਾਂ ਨਾਲ ਕਹਿੰਦੇ ਭਿੱਖਿਆ ਲੈਣ ਵਾਸਤੇ ਜਾਂਦੇ ਆ ਜਦੋਂ, ਤੇ ਫਿਰ ਰੋਣਾ ਪੈਂਦਾ ਹੈ, ਲੋਕਾਂ ਦੀਆਂ ਸਹਾਰਨੀਆਂ ਪੈਂਦੀਆਂ ਨੇ ਠੰਡੀਆਂ ਤੱਤੀਆਂ, ਤੇ ਉਹ ਰਾਜੇ ਸੀ ਜਿਹੜੇ ਕੰਨ ਪੜਾ ਕੇ ਇਸ ਤਰ੍ਹਾਂ ਨਾਲ ਰੋਂਦੇ ਸਨ। ਰੋਵੈ ਕਿਰਪਨ ਸੰਚੈ ਧਨ ਜਾਏ, ਤੇ ਕਹਿੰਦੇ ਕੰਜੂਸ ਵੀ ਰੋਂਦੇ ਨੇ, ਰੋਵੈ ਕਿਰਪਨ ਸੰਚੈ ਧਨ ਜਾਏ, ਜਦੋਂ ਇਕੱਠਾ ਕੀਤਾ ਹੋਇਆ ਧਨ ਜਿਹੜਾ ਨਸ਼ਟ ਹੋ ਜਾਂਦਾ, ਕੋਈ ਹੋਰ ਖੋਹ ਲਵੇ, ਜੋੜੀ ਗਿਆ ਜੋੜੀ ਗਿਆ ਜੋੜੀ ਗਿਆ, ਤੇ ਕਿਨਹੂ ਲੱਖ ਪੰਚ ਕੀ ਜੋਰੀ, ਅੰਤ ਕੀ ਵਾਰ ਗਗਰੀਆ ਫੋਰੀ। ਜਿਵੇਂ ਬੱਚੇ ਗੋਲਕ ਦੇ ਵਿੱਚ ਘਰੇ ਰੱਖ ਕੇ ਗੱਲਾਂ ਜਿਹਾ ਦੀਵਾਲੀ ਵੇਲੇ ਤੇ ਜਿਉਂ ਭਰਨ ਲੱਗਦੇ ਆ, ਜਿਉਂ ਉਹਦੇ ਵਿੱਚ ਚਵੰਨੀਆਂ ਠਿਆਨੀਆਂ ਸਿੱਕੇ ਜੋ ਪਾਈ ਜਾਂਦੇ ਆ, ਪਾਈ ਜਾਂਦੇ ਆ, ਪਾਈ ਜਾਂਦੇ ਆ, ਪਾਈ ਜਾਂਦੇ ਆ, ਜਦੋਂ ਉਹਦੇ ਵਿੱਚ ਪੈਣ ਤੋਂ ਰਾਹ ਮੁੱਕ ਜਾਂਦਾ, ਪੂਰਾ ਭਰ ਜਾਂਦਾ, ਫਿਰ ਕੀ ਹੁੰਦਾ? ਫਿਰ ਪਿਓ ਜਾਂ ਮਾਂ ਉਹਨੂੰ ਤੋੜ ਕੇ ਸਾਰੇ ਪੈਸੇ ਲੈ ਲੈਂਦੇ ਆ, ਜਵਾਕ ਨੂੰ ਇੱਕ ਅੱਧੀ ਕੁਲਫੀ ਲੈ ਕੇ, ਤੇ ਉਹ ਵਿਚਾਰਾ ਰੋਂਦਾ, ਉਹ ਲਿਟਦਾ, ਪਰ ਉਹਦੇ ਸਾਰੇ ਕਹਿੰਦੇ ਤੂੰ ਸਾਰੇ ਕੀ ਕਰਨੇ ਆ, ਇਹ ਅਸੀਂ ਉਹੀ ਦਿੱਤੇ ਆ, ਅਸੀਂ ਦਿੱਤੇ, ਤੂੰ ਤਾਂ ਹੀ ਇਹਦੇ 'ਚ ਪਾਏ। ਤੇ ਇਸ ਤਰ੍ਹਾਂ ਜਿਹੜਾ ਕਿਰਪਨ ਕਹਿੰਦੇ ਉਹ ਵੀ ਧਨ ਗਵਾ ਕੇ ਫਿਰ ਰੋਂਦਾ ਸੰਸਾਰ ਤੇ, ਪਹਿਲਾਂ ਇਕੱਠੇ ਕਰੀ ਜਾਂਦਾ, ਤੇ ਫਿਰ ਜਦੋਂ ਘਾਟਾ ਪੈਂਦਾ ਜਾਂ ਬਿਮਾਰੀ ਲੱਗ ਜਾਂਦੀ ਜਾਂ ਕੋਈ ਟੈਕਸ ਹੀ ਵੱਧ ਗਏ ਜਾਂ ਕੋਈ ਚੱਕ ਕੇ ਹੀ ਲੈ ਗਿਆ, ਚੋਰੀ ਕਰਕੇ ਸੰਨ ਲਾ ਲਈ, ਤੇ ਫਿਰ ਉਹਨਾਂ ਕੰਜੂਸਾਂ ਦਾ ਧਨ ਕਹਿੰਦੇ ਪ੍ਰਾਣਾਂ ਨੂੰ ਨਾਲ ਲੈ ਜਾਂਦਾ, ਤੇ ਜਦੋਂ ਪ੍ਰਾਣਾਂ ਨੂੰ ਨਾਲ ਲੈ ਜਾਂਦਾ ਤੇ ਫਿਰ ਕਹਿੰਦੇ ਭਾਈ ਰੋਂਦੇ ਹਨ ਧਨ ਜਮ੍ਹਾਂ ਕਰਨ ਵਾਲੇ, ਜਮਾ ਖੋਰ ਬੰਦੇ ਵੀ। ਪੰਡਤ ਰੋਵੈ ਗਿਆਨ ਗਵਾਏ, ਤੇ ਪੰਡਤ ਕਹਿੰਦੇ ਗਿਆਨ ਗਵਾ ਕੇ ਰੋਂਦੇ ਆ। ਕਿਵੇਂ ਰੋਂਦੇ ਆ? ਕਹਿੰਦੇ ਦੋ ਕਾਂਚੀ ਚੋਂ ਪੜ ਕੇ ਮੇਰੇ ਵਰਗੇ ਆ ਰਹੇ ਸੀ ਤੁਰ ਕੇ, ਦੋਵੇਂ ਗੁਰ ਭਾਈ ਸਨ, ਰਾਸਤੇ 'ਚ ਆ ਗਏ ਵਿਚਾਰੇ, ਕਿਤੇ ਰਾਤ ਪੈ ਗਈ, ਸਰਾਂ ਬਣੀ ਹੋਈ ਸੀ, ਤੇ ਸਰਾਂ ਬਣੀ ਹੋਈ, ਬੜੀ ਵਿਦਿਆ ਪੜ੍ਹੀ ਹੋਈ ਸੀ, ਤਾਂ ਉਸ ਵੇਲੇ ਜਦੋਂ ਰਾਤ ਪੈ ਗਈ ਉਹਨਾਂ ਨੇ ਆਸਣ ਉਸਣ ਦਿੱਤਾ ਕਰਕੇ ਆਪਣਾ ਵਿਸਰਾਮ ਕਰਨ ਲੱਗੇ ਨਾ, ਤਾਂ ਉਹਨਾਂ ਨੇ ਸੇਵਾਦਾਰ ਭੇਜਤਾ, ਕਹਿੰਦੇ ਭਾਈ ਪੁੱਛੋ ਇਹਨਾਂ ਨੇ ਕੀ ਖਾਣਾ ਪੀਣਾ, ਕੀ ਸੇਵਾ, ਕਿਹੋ ਜਿਹਾ ਭੋਜਨ ਇਹਨਾਂ ਨੂੰ ਛਕਾਈਏ, ਕੋਈ ਦੁੱਧ, ਕੋਈ ਦਹੀਂ, ਕੋਈ ਹੋਰ, ਕੋਈ ਚੌਲ ਬਣਾ ਦਈਏ ਜਾਂ। ਉਹ ਜਦੋਂ ਜਾ ਕਰਕੇ ਪੁੱਛਿਆ ਤੇ ਕਹਿਣ ਲੱਗੇ ਜੀ ਮੇਰੇ ਵਾਸਤੇ ਤਾਂ ਆਹ ਬਣਾ ਦਿਓ। ਉਹ ਕਹਿੰਦੇ ਚੰਗਾ ਤੇਰੇ ਵਾਸਤੇ ਇਹ ਬਣਾਉਣੇ ਆ, ਜਿਹੜਾ ਦੂਜਾ ਹੈ ਉਹ ਦੂਜਾ, ਕਹਿੰਦੇ ਦੂਜਾ ਤਾਂ ਕਹਿੰਦੇ ਨਿਰਾ ਬੈਲ ਹੈ, ਉਹਦੇ ਵਾਸਤੇ ਨਹੀਂ ਕੁਛ ਬਣਾਉਣ ਦੀ ਲੋੜ। ਉਹ ਚਲੋ ਜੀ 'ਚ ਪੁੱਛ ਕੇ ਚਲਿਆ ਗਿਆ। ਉਹ ਜਦੋਂ ਦੂਜਾ ਆ ਗਿਆ ਉਹਨੇ ਦੂਜੇ ਨੂੰ ਜਾ ਕੇ ਪੁੱਛਿਆ, ਕਹਿਣ ਲੱਗਾ ਮਹਾਰਾਜ ਜੀ ਤੁਹਾਡੇ ਵਾਸਤੇ ਕੀ ਬਣਾਈਏ? ਕਹਿੰਦੇ ਜੀ ਮੇਰੇ ਵਾਸਤੇ ਤਾਂ ਆਹ ਬਣਾ ਦਿਓ। ਕਹਿੰਦੇ ਉਹ ਦੂਜੇ ਮਹਾਤਮਾ ਵਾਸਤੇ? ਉਹ ਕਹਿੰਦਾ ਦੂਜਾ ਤਾਂ ਨਿਰਾ ਗਧਾ ਹੈ, ਉਹਦੇ ਤਾਂ ਜੋ ਮਰਜ਼ੀ ਲੈ ਆਇਓ ਉਹੀ ਖਾ ਲੈਣਾ ਉਹਨੇ। ਇਸ ਤਰ੍ਹਾਂ ਇੱਕ ਨੇ ਇੱਕ ਨੂੰ ਬੈਲ ਦੱਸਿਆ, ਇੱਕ ਨੇ ਇੱਕ ਨੂੰ ਖੋਤਾ। ਉਹ ਜਾ ਕੇ ਜਦੋਂ ਮਾਲਕਾਂ ਨੂੰ ਅਗਲਿਆਂ ਨੇ ਦੱਸਿਆ ਵੀ ਮਹਾਰਾਜ ਐਂ ਕਹਿੰਦੇ ਆ ਇੱਕ ਦੂਜੇ ਨੂੰ, ਤੇ ਆਪਦੇ ਵਾਸਤੇ ਕਹਿੰਦੇ ਆ ਵੀ ਲਿਆਓ ਵਧੀਆ ਵਧੀਆ, ਤੇ ਦੂਜੇ ਨੂੰ ਕਹਿੰਦੇ ਆ ਵੀ ਇਹ ਤਾਂ ਬੈਲ ਹੈ, ਇਹ ਤਾਂ ਖੋਤਾ, ਇਹਨੂੰ ਜੋ ਮਰਜ਼ੀ ਖਵਾ ਦਿਓ। ਇਸ ਤਰ੍ਹਾਂ ਉਹ ਮਾਲਕ ਨੇ ਕੀ ਕੀਤਾ, ਦੋ ਥਾਲਾਂ ਦੇ ਵਿੱਚ, ਇੱਕ ਦੇ ਵਿੱਚ ਤਾਂ ਪਾ ਦਿੱਤੇ ਛਾਲੀਆਂ ਦੇ ਗੁੱਲ, ਤੇ ਇੱਕ ਦੇ ਵਿੱਚ ਪਾ ਦਿੱਤਾ ਜਿਹੜਾ ਬਿਨਾਂ ਤੁਖਾਂ ਤੋਂ ਚੌਲਾਂ ਤੇ ਝੋਨੇ ਦਾ ਭੋਸਾ।
ਵਿੱਚੋਂ ਦਾਣੇ ਕੱਢੇ ਹੋਏ ਹੋਣ, ਤੋਖ ਫੱਕ ਹੋਵੇ ਚੌਲਾਂ ਦੀ ਤੇ ਆਪਣੇ ਇਹਦੀ ਜੌਆਂ ਦੀ ਕਿਹੋ ਜੀ ਹੁੰਦੀ ਹੈ। ਤੇ ਇਸ ਤਰ੍ਹਾਂ ਇੱਕ ਦੇ ਵਿੱਚ ਪਾ ਦਿੱਤੇ ਛੱਲੀਆਂ ਦੇ ਗੁੱਲ, ਦਾਣਾ ਉੱਤੇ ਇੱਕ ਬਣੀ, ਛੱਲੀਆਂ ਦੇ ਗੁੱਲ ਹੀ ਗੁੱਲ, ਤੇ ਦੋਨੇ ਜਾ ਕੇ ਕੱਪੜੇ ਦੇ ਨਾਲ ਢੱਕ ਕਰਕੇ ਦੋਨਾਂ ਦੇ ਮੂਹਰੇ ਰੱਖ ਦਿੱਤੇ। ਦੋਨੇ ਬੜੇ ਖੁਸ਼ ਹੋ ਗਏ, ਕਹਿੰਦੇ ਵੀ ਇੰਨੇ ਥਾਲ ਫੁੱਲੇ ਜੇ ਲੱਗਦੇ ਆ, ਪਤਾ ਨਹੀਂ ਵਿੱਚ ਕੀ ਪੂੜੀਆਂ ਕਚੌਰੀਆਂ ਬਣਾ ਕੇ ਧਰੀਆਂ ਹੋਣੀਆਂ। ਜਦੋਂ ਦੋਨਾਂ ਨੇ ਚੱਕਿਆ ਕੱਪੜਾ, ਜਿਹੜਾ ਬੈਲ ਕਹਿੰਦਾ ਸੀ ਉਹਨੇ ਜਦੋਂ ਦੇਖਿਆ ਬਈ ਮੂਹਰੇ ਤਾਂ ਜੌਆਂ ਤੇ ਝੋਨੇ ਦੀ ਭੋਸਾ ਪਿਆ ਹੈ, ਫੱਕ ਪਈ ਹੈ, ਕਹਿੰਦਾ ਇਹ ਕੀ ਮਹਾਰਾਜ? ਕਹਿੰਦਾ ਮਹਾਰਾਜ ਤੁਸੀਂ ਆਪ ਹੀ ਤਾਂ ਕਿਹਾ ਕਿ ਇਹ ਬੈਲ ਹੈ, ਤੇ ਬੈਲ ਦੀ ਜਿਹੜੀ ਖੁਰਾਕ ਹੈ ਉਹ ਇਹ ਭੋਸਾ ਹੀ ਹੁੰਦਾ ਹੈ। ਤੇ ਕਹਿੰਦੇ ਤੂੰ ਆਪ ਹੀ ਤਾਂ ਕਿਹਾ ਇਹਨੂੰ ਕਿ ਖੋਤਾ ਹੈ। ਦੂਜੇ ਨੇ ਵੀ ਚੱਕਿਆ, ਕਹਿੰਦਾ ਜੀ ਇਹ ਕੀ ਹੈ? ਕਹਿੰਦੇ ਜੀ ਇਹ ਜਿਹੜਾ ਖੋਤੇ ਦਾ ਖਾਣਾ ਹੁੰਦਾ ਨਾ, ਉਹ ਇਹ ਗੁੱਲ ਹੁੰਦੇ ਆ। ਜਿਹੜਾ ਛੱਲੀਆਂ ਤਾਂ ਅਗਲਾ ਲੈ ਜਾਂਦਾ ਦਾਣੇ, ਤਾਂ ਇਹ ਜਿਹੜੇ ਗੁੱਲ ਟੰਡਲ ਬਚ ਜਾਂਦੇ ਆ ਉਹ ਫਿਰ ਖੋਤਿਆਂ ਨੂੰ, ਕਹਿੰਦੇ ਜੀ ਖੋਤੇ ਨੂੰ। ਇਸ ਤਰ੍ਹਾਂ ਕਹਿੰਦੇ ਭਾਈ ਪੰਡਤ ਰੋਵੈ ਗਿਆਨ ਗਵਾਏ। ਗੁਣੀ ਗਿਆਨੀ ਤਾਂ ਬੜੇ ਸਨ, ਪੜ੍ਹ ਕੇ ਕਾਂਸ਼ੀ ਬਨਾਰਸ ਤੋਂ ਆਏ ਖੱਟ ਸ਼ਾਸਤਰੀ ਕਰਕੇ, ਪਰ ਐ ਬਚਨ ਬਲਾਸ ਜਵਾਨ ਤੇ ਲਗਾਮ ਨਹੀਂ ਸੀ। ਇੱਕ ਦੂਜੇ ਨਾਲ ਈਰਖਾ ਨੇ ਸਾਰਾ ਗਿਆਨ ਗਵਾਤਾ, ਸਾਰਾ ਪੰਡਤਾਊਪੁਣਾ ਫੇਲ ਕਰਤਾ। ਤੇ ਇਸ ਤਰ੍ਹਾਂ ਭੋਸੇ ਤੇ ਗੁੱਲਾਂ ਦੇ ਮੂਹਰੇ ਜਦੋਂ ਇਸ ਤਰ੍ਹਾਂ ਦੇਖ ਕੇ ਬੈਠ ਕੇ ਰੋਣ ਲੱਗੇ, ਕਹਿੰਦੇ ਓਏ ਆਪਣਾ ਕੋਈ ਗਿਆਨ ਕੰਮ ਨਾ ਆਇਆ, ਹੁਣ ਪਿੰਡ ਨਹੀਂ ਜਾਣਾ, ਕਹਿੰਦੇ ਆਪਾਂ ਦੁਬਾਰਾ ਬਨਾਰਸ ਚੱਲ ਕੇ ਪੜ੍ਹੀਏ, ਅੰਦਰ ਪ੍ਰੇਮ ਆਵੇ, ਅੰਦਰ ਨਿਮਰਤਾ ਆਵੇ। ਆਹ ਜਿਹੜੀ ਈਰਖਾ ਜਲਸੀ ਆ, ਜਿੰਨਾ ਚਿਰ ਆਪਣੀ ਇੱਕ ਦੂਜੇ ਤੋਂ ਗਵਾਚਦੀ ਨਹੀਂ, ਉਹਨਾਂ ਚਿਰ ਗਿਆਨ ਕਿਸ ਕੰਮ? ਆਪਾਂ ਤਾਂ ਇੱਥੇ ਹੀ ਫੇਲ ਹੋ ਗਏ, ਇਹਨਾਂ ਨੇ ਆਪਾਂ ਨੂੰ ਫੇਲ ਕਰਤਾ ਸਰਾਂ ਵਾਲਿਆਂ ਨੇ। ਇਸ ਤਰ੍ਹਾਂ ਨਾਲ ਕਹਿੰਦੇ ਪੰਡਤ ਨੇ ਜਿਹੜੇ ਭਾਈ, ਉਹ ਵੀ ਜਦੋਂ ਗਿਆਨ ਗਵਾਚ ਜਾਂਦਾ, ਹਉਮੈ ਉੱਪਰ ਭਾਰੀ ਹੋ ਕਰਕੇ ਇਹੋ ਜਿਹੇ ਵਿਕਰਮਾਂ 'ਚ ਫਸ ਜਾਂਦੇ ਆ, ਤਾਂ ਭਾਈ ਰੋਂਦੇ ਹਨ। ਬਾਲੀ ਰੋਵੈ ਨਾਹੇ ਪਧਾਰ। ਤੇ ਕਹਿੰਦੇ ਬਾਲੀ ਜਿਹੜੀ ਇਸਤਰੀ ਹੈ ਰੋਂਦੀ ਹੈ ਪਧਾਰ ਕੇ। ਇੱਥੇ ਸੰਸਾਰ ਤੇ ਦੇਖੋ ਕਿੰਨੀਆਂ ਰੰਡੀਆਂ ਨੇ, ਕਿੰਨੀਆਂ ਦੇ ਪਤੀ ਗੁਜ਼ਰ ਗਏ, ਕਈਆਂ ਦੇ ਗੁਜ਼ਰ ਜਾਣੇ ਆ, ਤੇ ਫਿਰ ਉਹ ਭਾਈ ਰੋਂਦੀਆਂ ਨੇ। ਹੁਣ ਰੋਜ਼ ਪਤੀ ਥੋੜ੍ਹੀ ਮਿਲਦਾ ਹੈ, ਤੇ ਭਰਾ ਰੋਂਦੇ ਆ, ਕਹਿੰਦੇ ਸਾਡੇ ਭਰਾ ਮਰ ਗਏ। ਤੇ ਜਦੋਂ ਭਰਾ ਹੁੰਦੇ ਆ ਕੋਲ, ਤੇ ਉਸ ਵੇਲੇ ਈਰਖਾ, ਉਸ ਵੇਲੇ ਉਹਨਾਂ ਦੇ ਨਾਲ ਨਫ਼ਰਤ ਕਰਨੀ। ਤੇ ਜਦੋਂ ਚਲੇ ਜਾਂਦੇ ਆ, ਫਿਰ ਬਹਿ ਕੇ ਦਿਖਾਵਾ ਕਰਦੇ, ਸਾਡੇ ਭਰਾ, ਸਾਡੀਆਂ ਬਾਹਾਂ ਟੁੱਟ ਗਈਆਂ, ਸਾਡਾ ਐਂ ਹੋ ਗਿਆ, ਸਾਡਾ ਇਉਂ ਹੋ ਗਿਆ। ਤੇ ਜਿੰਨਾ ਚਿਰ ਇਸਤਰੀ ਦਾ ਪਤੀ ਕੋਲ ਹੈ, ਤੇ ਕਹਿੰਦੇ ਉਸ ਵੇਲੇ ਤਾਂ ਆਪ ਕੁੱਟ ਕੇ ਚੂਰੀ ਖਾਂਦੀ ਐ, ਉਹਨੂੰ ਕਹਿੰਦੇ ਰੋਟੀਆਂ ਵੀ ਨਹੀਂ ਪੁੱਛਦੀ। ਜਦੋਂ ਕਹਿੰਦੇ ਚੜ੍ਹਾਈ ਕਰ ਗਿਆ, ਫਿਰ ਰੋ ਕੇ ਕਹਿੰਦੇ ਜੀ ਮੈਂ ਤਾਂ ਜੀ ਇਸ ਤਰ੍ਹਾਂ ਨਾਲ ਜੀ ਬੜਾ ਜੀ ਬਾਲੀ ਰੋਵੈ ਨਾਹੇ ਪਧਾਰ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਖਪਣ ਰੋਣ ਦੇ ਵਿੱਚ ਪਿਆ ਹੋਇਆ ਹੈ। ਭਰਾ ਭਰਾਵਾਂ ਨੂੰ ਰੋਈ ਜਾਂਦੇ ਆ, ਤੀਵੀਆਂ ਬੰਦਿਆਂ ਨੂੰ ਰੋਈ ਜਾਂਦੀਆਂ, ਬੰਦੇ ਤੀਵੀਆਂ ਨੂੰ ਰੋਈ ਜਾਂਦੇ ਆ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਸਾਰੇ ਰੋਂਦੇ ਆਉਂਦੇ ਆ ਤੇ ਰੋਂਦੇ ਹੀ ਜਾਂਦੇ ਹਨ। ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਸਾਰਾ ਸੰਸਾਰ ਹੀ ਦੁਖੀ ਹੈ, ਇੱਥੇ ਸਾਰੇ ਹੀ ਰੋਂਦੇ ਆ, ਵੱਡਿਆਂ ਤੋਂ ਲਾ ਛੋਟੇ। ਕੋਈ ਮਨ ਦੁਖੀ, ਕੋਈ ਤਨ ਦੁਖੀ, ਕੋਈ ਚਿੱਤ ਉਦਾਸ। ਸੁਖੀਆ ਕੋਈ ਨਾ ਦਿਸੇ, ਸੁਖੀ ਹਰੀ ਕਾ ਦਾਸ। ਮੰਨੇ ਨਾਓ ਸੋਈ ਜਿਣ ਜਾਏ। ਕਹਿੰਦੇ ਰੋਂਦੇ ਰੋਂਦੇ ਐ ਜੀਵਨ ਪਦਵੀ ਨੂੰ ਹਾਰ ਕੇ ਜਾਂਦੇ ਐ, ਤੇ ਜਿਹੜੇ ਨਾਂ ਨੂੰ ਮੰਨਦੇ ਐ, ਨਾਂ ਦੇ ਨਾਲ ਪ੍ਰੇਮੀ ਬਣਦੇ ਆ ਪ੍ਰਮਾਤਮਾ ਦੇ, ਉਹ ਕਹਿੰਦੇ ਜਿੱਤ ਜਾਂਦੇ ਹਨ। ਉਹ ਬਾਜੀ ਇਹ ਮਨੁੱਖਾ ਜਨਮ ਦੀ ਜਿੱਤ ਕੇ ਜਾਂਦੇ ਐ। ਔਰੀ ਕਰਮ ਨਾ ਲੇਖੈ ਲਾਏ। ਹੋਰ ਕੋਈ ਵੀ ਕਰਮ ਲੇਖੇ ਦੇ ਵਿੱਚ ਕੰਮ ਨਹੀਂ ਆਉਂਦਾ। ਹੋਰ ਕਿਸੇ ਪ੍ਰਕਾਰ ਦੀ ਵਿਦਿਆ ਇਸ ਮਾਰਗ ਤੇ ਕੰਮ ਨਹੀਂ ਆਉਂਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਮਾਤਮਾ ਲੇਖੇ 'ਚ ਮੰਨਦਾ ਨਹੀਂ ਹੈ ਹੋਰ ਕਰਮਾਂ ਨੂੰ, ਜਿੰਨਾ ਚਿਰ ਨਾਮ ਦੇ ਨਾਲ ਪ੍ਰੀਤੀ ਪਾ ਕੇ ਉਹਦੀ ਸੱਚੀ ਭਗਤੀ ਨਾ ਕਰੀਏ। ਸੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਵਕਤ ਹੋ ਚੁੱਕਿਆ ਹੈ, ਸ਼ਬਦ ਦੀ ਵਿਆਖਿਆ ਕੱਲ ਰਹਿ ਗਈ ਸੀ, ਅੱਜ ਆਪਾਂ ਨੇ ਸਰਵਣ ਕਰ ਲਈ ਹੈ। ਹੋਰ ਵੀ ਇਹਦਾ ਡਿਟੇਲ ਵਿਸਥਾਰ ਬਹੁਤ ਹੈ, ਪਰ ਆਪਣੇ ਕੋਲ ਸਮਾਂ ਸੀਮਤ ਹੁੰਦਾ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਤਰੁੱਟੀਆਂ ਵਿਚਾਰ ਕਰਦਿਆਂ ਰਹਿ ਜਾਂਦੀਆਂ ਨੇ, ਸੁਭਾਵਕ ਰਹਿ ਜਾਂਦੀਆਂ ਨੇ। ਸੋ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰੂ ਸਾਹਿਬ ਜੀ ਹਾਜ਼ਰੀ ਦਰ ਪ੍ਰਵਾਨ ਕਰਦੇ। ਇੱਥੇ ਹੀ ਆਪਾਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਤੋਂ ਖਿਮਾ ਦੇ ਜਾਚਕ ਹਾਂ। ਇਹਨਾਂ ਪੰਕਤੀਆਂ ਦੇ ਨਾਲ ਹੀ ਆਪਾਂ ਅੱਗੇ ਕਥਾ ਨੂੰ ਜਿਹੜਾ ਸਰਵਣ ਕਰਾਂਗੇ, ਕਿਵੇਂ ਸਤਿਗੁਰੂ ਸਾਹਿਬ ਜੀ ਪਲਖ ਦੀਪ ਦੇ ਵਿੱਚ ਇੱਥੋਂ ਦੇ ਲੋਕਾਂ ਨੂੰ ਉਪਦੇਸ਼ ਦੇ ਕਰਕੇ ਸਤਨਾਮ ਜਪਾ ਕੇ ਫੇਰ ਚਰਨ ਪਹੁਲ ਭਾਵ ਅੰਮ੍ਰਿਤ ਛਕਾ ਦਿੱਤਾ। ਹੁਣ ਅੰਮ੍ਰਿਤ ਦਾ ਦਿਨ ਵੀ ਆ ਗਿਆ। ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਕਹਿੰਦੇ ਸਤਿਗੁਰੂ ਸਾਹਿਬ ਜੀ ਨੇ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਵਿਸਾਖੀ ਦਾ ਬਹੁਤ ਵੱਡਾ ਇਤਿਹਾਸ ਹੈ। 13 ਤਰੀਕ ਦਾ ਸਾਹਿਬ ਸੰਗਤ ਜੀ 14 ਦੀ ਸੰਗਰਾਂਦ ਹੈ। ਸੋ 1919 ਦਾ ਜਲਿਆਂਵਾਲੇ ਬਾਗ ਦਾ ਸਾਕਾ ਵੀ ਇਸ ਵਿਸਾਖੀ ਵਾਲੇ ਦਿਨ ਹੀ ਹੋਇਆ ਹੈ। ਸੋ ਇਸ ਪ੍ਰਕਾਰ ਨਾਲ ਆਪਾਂ ਉਹ ਵੀ ਇਤਿਹਾਸ ਵਿੱਚ ਸਰਵਣ ਕਰਦੇ ਜਾਵਾਂਗੇ, ਜਿਸ ਪ੍ਰਕਾਰ ਨਾਲ ਸਤਿਗੁਰੂ ਸਾਹਿਬ ਜੀ ਕਿਰਪਾ ਕਰਨਗੇ। ਵਿਸਾਖੀ ਦਾ ਇਤਿਹਾਸ, ਪੰਜ ਪਿਆਰੇ ਸਾਜਣ ਦਾ ਇਤਿਹਾਸ ਬਹੁਤ ਥਾਵਾਂ ਤੋਂ ਆਪ ਜੀ ਨੇ ਸੁਣਿਆ, ਸੁਣਨਾ ਹੈ। ਸੋ ਜੈਸੀ ਸਤਿਗੁਰੂ ਸਾਹਿਬ ਜੀ ਬੁੱਧ ਬਲ ਬਖਸ਼ਣਗੇ ਵੈਸਾ ਆਪਾਂ ਵਿਚਾਰ ਕਰਾਂਗੇ। ਇੱਥੇ ਇਹਨਾਂ ਪੰਕਤੀਆਂ ਨਾਲ ਆਓ ਗੁਰ ਸਤੋਤਰ ਪੜ੍ਹੀਏ। ਕਰ ਅਰਦਾਸ ਸਿੱਖਣ
ਮਨ ਮੁਖ ਪਾਵੋ, ਤਬ ਦੁਬਤਾ ਔਰ ਸਕਲ ਨਸਾਵੋ। ਮ੍ਰਿਦਲ ਬਚਨ ਇਸ ਬਿਦ ਸੁਨ ਗੁਰ ਕੇ, ਭਏ ਸੇ ਨਰ ਸਿੱਖ ਸ਼ਰਦਾ ਧਰ ਕੇ। ਕਿਤਕ ਦਿਵਸ ਤਹਿ ਡੇਰਾ ਰਾਖਿਓ, ਅਗਰਜ ਗਮਨ ਬਹਰ ਅਬ ਲਾਖਿਓ। ਕਿਤਕ ਦਿਵਸ ਤਹਿ ਡੇਰਾ ਰਾਖਿਓ, ਅਗਰਜ ਗਮਨ ਬਹਰ ਅਬ ਲਾਖਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं है दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे है पी हो बनहार। हे संत के सदा संग नेदारा आधार। हे ठाकुर हों दासरो मैं निर्गुण गुण नहीं कोए। नानक दीजै नाम दान राखों हिय परोए। आए प्रभ शरणागति कृपा निध दयाल। एक अखर हर मन बसत नानक होत निहाल। कथा निता प्रति होत है सुनो सो सिंह सुजान। नानक गुरु गोबिंद सिंह जी सदा करे कल्याण। जैसे बन हर पात में पात पात में पात, तैसे गुरु नानक की बात में बात बात में बात। वाहिगुरु के मंत्र बिन जपै आन कोई जाप। सो साकत सिख मूल नहीं बचन है श्री मुख वाक। राज करेगा खालसा आकी रह न कोय। ख्वार होए सब मिलेंगे बचे शरण जो होए। खंडा जाके हाथ में कलगी सो है शीस। सो हमरी रखया करे गुरु कलगी धार जगदीश। वाहिगुरु नाम जहाज है चढ़े सो उतरे पार। जो शरदा धर सेम दे गुर पार उतारन हार। वाहिगुरु नाम जहाज है चढ़े सो उतरे पार। जो शरदा धर सेम दे गुर पार उतारन हार। वाहिगुरु जी का खालसा वाहिगुरु जी की फतेह।